ਸਤਿ ਸ਼੍ਰੀ ਅਕਾਲ ਜੀ ਐਂਡ ਗੁੱਡ ਮਾਰਨਿੰਗ ਟੂ ਆਲ। ਕੀ ਹਾਲ ਚਾਲ ਹੈ ਜੀ ਸਾਡੇ ਸਾਰੇ ਦਰਸ਼ਕਾਂ ਦਾ। ਉਮੀਦ ਕਰਦੇ ਹਾਂ ਸਾਰੇ ਪਰਿਵਾਰ ਠੀਕ ਠਾਕ ਹੋਣਗੇ। ਪਰਿਵਾਰਾਂ ਦੀ ਜਦੋਂ ਗੱਲ ਆਉਂਦੀ ਹੈ ਤਾਂ ਪਿਛਲੇ ਕਾਫੀ ਦਿਨਾਂ ਤੋਂ ਅਸੀਂ ਗੱਲ ਕਰ ਰਹੇ ਹਾਂ ਕਿ ਜਿਹੜੇ ਫੈਮਿਲੀ ਲਾਅ ਹੁੰਦੇ ਨੇ ਉਹਨਾਂ ਦੇ ਵਿੱਚ ਕੀ ਕੀ ਚੀਜ਼ਾਂ ਹੁੰਦੀਆਂ ਨੇ। ਲੀਗਲ ਏਡ BC ਦੇ ਵੱਲੋਂ ਹੈ ਫੈਮਿਲੀ ਲਾਅ ਦੇ ਲਈ ਬਹੁਤ ਸਾਰੇ ਜਿਹੜੇ ਪ੍ਰੋਗਰਾਮਸ ਨੇ 2022 ਦੇ ਵਿੱਚ ਵੀ ਜਿਹੜੇ ਨੇ ਉਹਨਾਂ ਦੇ ਵਿੱਚ ਕੁਝ ਤਬਦੀਲੀਆਂ ਕੀਤੀਆਂ ਗਈਆਂ ਨੇ, ਜਿਨ੍ਹਾਂ ਸੰਬੰਧੀ ਲਗਾਤਾਰ ਅਸੀਂ ਗੱਲਬਾਤ ਜਿਹੜੀਆਂ ਉਹ ਕਰਦੇ ਆ ਰਹੇ ਹਾਂ। ਅੱਜ ਲੀਗਲ ਏਡ BC ਬਾਰੇ ਜਾਣਾਂਗੇ, ਜਿਸ ਦੇ ਸੰਬੰਧੀ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਬਲਜਿੰਦਰ ਕੌਰ ਗਿੱਲ ਜੁੜੇ ਹੋਏ ਨੇ, ਜੋ ਕਿ ਲੀਗਲ ਏਡ BC ਦੇ ਕਮਿਊਨਿਟੀ ਟ੍ਰੇਨਿੰਗ ਐਂਡ ਆਊਟਰੀਚ ਕੋਆਰਡੀਨੇਟਰ ਨੇ। ਸੋ ਬਲਜਿੰਦਰ ਗਿੱਲ ਸਾਡੇ ਨਾਲ ਪਹਿਲਾਂ ਵੀ ਜੁੜਦੇ ਰਹੇ ਨੇ, ਉਹਨਾਂ ਨਾਲ ਇਸ ਸੰਬੰਧੀ ਗੱਲਬਾਤ ਅਸੀਂ ਕਰਦੇ ਰਹਿੰਦੇ ਹਾਂ। ਅੱਜ ਜਾਣਦੇ ਹਾਂ ਕਿ ਲੀਗਲ ਏਡ BC ਦੀਆਂ ਜਿਹੜੀਆਂ ਸੇਵਾਵਾਂ ਨੇ ਉਹ ਕਿਵੇਂ ਮਿਲਦੀਆਂ ਨੇ, ਕਿਵੇਂ ਲੀਗਲ ਏਡ BC ਜਿਹੜੀ ਹੈ ਉਹ ਆਪਣਾ ਕੰਮ ਕਰਦੀ ਹੈ। ਬਲਜਿੰਦਰ ਜੀ ਜੁੜੇ ਹੋਏ ਨੇ। ਬਲਜਿੰਦਰ ਜੀ ਬਹੁਤ ਬਹੁਤ ਸਵਾਗਤ ਹੈ ਦ ਮਾਰਨਿੰਗ ਸ਼ੋਅ 'ਚ। ਥੈਂਕ ਯੂ ਸ਼ੈਰੀ, ਮੈਨੂੰ ਇਨਵਾਈਟ ਕਰਨ ਦੇ ਲਈ, ਤੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਮੇਰੇ ਵੱਲੋਂ ਨਿੱਘੀ ਤੇ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਬਲਜਿੰਦਰ ਜੀ, ਜਦੋਂ ਗੱਲ ਹੁੰਦੀ ਹੈ ਨਾ ਪਰਿਵਾਰਾਂ ਦੀ ਤਾਂ ਬੜਾ ਸੈਂਸਿਟਿਵ ਇਸ਼ੂ ਹੁੰਦਾ ਹੈ, ਪਰਿਵਾਰ ਜੋੜਨੇ ਵੀ ਤੇ ਜਦੋਂ ਪਰਿਵਾਰ ਟੁੱਟਦੇ ਵੀ ਹੈਗੇ ਆ, ਤੇ ਇਹ ਬੜੀਆਂ ਉਹ ਚੀਜ਼ਾਂ ਨੇ। ਔਰ ਅਸੀਂ ਸਾਰੇ ਵੱਡੇ ਪਰਿਵਾਰਾਂ ਦੇ ਵਿੱਚੋਂ ਆਏ ਹੋਏ ਹਾਂ, ਹੁਣ ਵੀ ਸਟਿਲ ਪਰਿਵਾਰਾਂ ਦੇ ਵਿੱਚ ਹੀ ਰਹਿੰਦੇ ਹਾਂ। ਗੱਲ ਤਾਂ ਅਸੀਂ ਕਰਾਂਗੇ ਕਿ ਲੀਗਲ ਏਡ BC ਦੇ ਵੱਲੋਂ ਫੈਮਿਲੀ ਲਾਅ ਸੰਬੰਧੀ ਕਿਵੇਂ ਸੇਵਾਵਾਂ ਜਿਹੜੀਆਂ ਨੇ ਮੁਹੱਈਆ ਕਰਵਾਈਆਂ ਜਾਂਦੀਆਂ ਨੇ, ਕਿਵੇਂ ਲੀਗਲ ਏਡ BC ਆਪਣਾ ਕੰਮ ਕਰਦਾ ਹੈ। ਪਰ ਉਸ ਤੋਂ ਪਹਿਲਾਂ ਮੈਂ ਇਹ ਜਾਣਨਾ ਚਾਹਾਂਗੀ ਕਿ ਜਦੋਂ ਲੋਕ ਇਹ ਸ਼ੋਅ ਦੇਖਦੇ ਨੇ ਤਾਂ ਲੋਕ ਕੀ ਸੋਚ ਕੇ ਜਿਹੜਾ ਇਸ ਸੰਬੰਧੀ ਗੱਲਬਾਤ ਨੂੰ ਬੜੇ ਧਿਆਨ ਨਾਲ ਸੁਣਦੇ ਨੇ, ਕਿਉਂਕਿ ਇੱਥੇ ਮਸਲਾ ਪਰਿਵਾਰਾਂ ਦਾ। ਮੈਂ ਤੁਹਾਡੀ ਆਪਣੀ ਰਾਏ ਇਹਦੇ ਤੇ ਜਾਣਨਾ ਚਾਹਾਂਗੀ। ਦੇਖੋ, ਰਾਏ ਇੱਕ ਸਰਵਿਸ ਆ, ਲੀਗਲ ਏਡ BC ਇੱਕ ਸਰਵਿਸ ਆ, ਤੇ ਪਰਮਾਤਮਾ ਨਾ ਕਰੇ ਕਿਸੇ ਨੂੰ ਜ਼ਰੂਰਤ ਪਵੇ, ਪਰ ਜੇ ਜ਼ਰੂਰਤ ਪੈ ਜਾਂਦੀ ਹੈ ਤਾਂ ਇਹ ਇੱਕ ਬਹੁਤ ਪਾਏਦਾਰ ਸਰਵਿਸ ਹੈ। ਤੁਹਾਡਾ ਸਵਾਲ ਹੈ ਜਿਹੜਾ ਕਿ ਲੋਕ ਕਿਵੇਂ ਮਹਿਸੂਸ ਕਰਦੇ ਹੋਣਗੇ। ਦੇਖੋ, ਜਦੋਂ ਪਰਿਵਾਰ ਜੁੜਦੇ ਨੇ ਤਾਂ ਖੁਸ਼ੀ ਹੁੰਦੀ ਹੈ, ਜਦੋਂ ਪਰਿਵਾਰ ਟੁੱਟਦੇ ਨੇ ਤੇ ਦੁੱਖ ਹੁੰਦਾ ਹੈ, ਤੇ ਜਿਹੜਾ ਉਹ ਦੁੱਖ ਹੁੰਦਾ ਉਹ ਬਿਲਕੁਲ ਵੀ ਬਿਆਨ ਨਹੀਂ ਕੀਤਾ ਜਾ ਸਕਦਾ, ਤੇ ਉਦੋਂ ਮਦਦ ਦੀ ਲੋੜ ਬਹੁਤ ਹੁੰਦੀ ਹੈ। ਤੇ ਕਿਉਂਕਿ ਬਿਨਾਂ ਮਦਦ ਤੋਂ ਅਦਾਲਤ ਦੇ ਵਿੱਚ ਜਾਣਾ, ਕਿਸੇ ਵੀ ਵਕੀਲ ਦੀ ਮਦਦ ਤੋਂ ਬਿਨਾਂ, ਜਾਂ ਕਿਸੇ ਲੀਗਲ ਐਡਵੋਕੇਟ ਦੀ ਜਿਹੜੇ ਇਸ ਏਰੀਏ 'ਚ ਕੰਮ ਕਰਦੇ ਨੇ, ਜਾਂ ਸਪੋਰਟ ਵਰਕਰਸ ਜਾਂ ਆਊਟਰੀਚ ਵਰਕਰਸ, ਬਹੁਤ ਸਾਰੀਆਂ ਆਰਗੇਨਾਈਜੇਸ਼ਨਸ ਨੇ ਜਿਹੜੀਆਂ ਇਹਨਾਂ ਦੇ ਵਿੱਚ ਕੰਮ ਕਰਦੀਆਂ ਨੇ, ਤੇ ਉਹਨਾਂ ਦੀ ਮਦਦ ਤੋਂ ਬਿਨਾਂ ਕਈ ਵਾਰੀ ਕਿਉਂਕਿ ਲੋਕੀ ਅਦਾਲਤ ਦੇ ਨਾਂ ਤੋਂ ਹੀ ਡਰਦੇ ਨੇ। ਬਿਲਕੁਲ ਬਿਲਕੁਲ, ਤੇ ਔਖਾ ਹੋ ਜਾਂਦਾ। ਹਾਂਜੀ ਬਿਲਕੁਲ। ਸੋ ਲੀਗਲ ਏਡ BC ਹੈ, ਨੋ ਡਾਊਟ ਕਿ ਇੱਕ ਚੰਗੀਆਂ ਸੇਵਾਵਾਂ ਦੇ ਵਾਸਤੇ ਲੀਗਲ ਏਡ BC ਦਾ ਨਾਮ ਜਿਹੜਾ ਹੈ ਉਹ ਸ਼ਾਮਿਲ ਹੁੰਦਾ ਹੈ। ਲੀਗਲ ਏਡ BC ਬਾਰੇ ਜਾਣਨਾ ਚਾਹਾਂਗੇ। ਤੁਸੀਂ ਉਹਨਾਂ ਨਾਲ ਬਕਾਇਦਾ ਤੌਰ ਦੇ ਉੱਤੇ ਕੰਮ ਵੀ ਕਰਦੇ ਹੋ, ਕਿਵੇਂ ਲੀਗਲ ਏਡ BC ਜਿਹੜਾ ਉਹ ਆਪਣਾ ਕੰਮ ਕਰਦਾ ਹੈ? ਦੇਖੋ, ਮੇਰਾ ਰੋਲ ਜਿਹੜਾ ਲੀਗਲ ਏਡ BC ਦੇ ਨਾਲ, ਤੁਸੀਂ ਪਹਿਲਾਂ ਵੀ ਦੱਸਿਆ, ਕਮਿਊਨਿਟੀ ਟ੍ਰੇਨਿੰਗ ਐਂਡ ਆਊਟਰੀਚ ਕੋਆਰਡੀਨੇਟਰ ਹੈ। ਮੇਰਾ ਕੰਮ ਹੈ ਸਾਰੇ ਸੂਬੇ ਦੇ ਵਿੱਚ ਟ੍ਰੇਨਿੰਗਸ ਕਰਨੀਆਂ, ਕਾਨਫਰੰਸਿਸ ਕਰਨੀਆਂ, ਵਰਕਸ਼ਾਪਸ ਕਰਨੀਆਂ, ਤਾਂ ਕਿ ਜਿੰਨੀਆਂ ਵੀ ਕਮਿਊਨਿਟੀ ਆਰਗੇਨਾਈਜੇਸ਼ਨਸ ਨੇ, ਫੋਰ ਐਗਜ਼ਾਮਪਲ ਜਿਵੇਂ ਸਰੀ ਦੇ ਵਿੱਚ ਆਪਸ਼ਨਸ ਆ, ਪਿਕਸ ਆ, ਜਿੰਨੀਆਂ ਵੀ ਵੱਡੀਆਂ ਕਮਿਊਨਿਟੀ ਆਰਗੇਨਾਈਜੇਸ਼ਨਸ ਆ, ਅਸੀਂ ਉਹਨਾਂ ਨੂੰ ਟ੍ਰੇਨਿੰਗ ਦੇ ਸਕੀਏ। ਕ੍ਰਿਮੀਨਲ ਲਾਅ ਦੀ, ਫੈਮਿਲੀ ਲਾਅ ਦੀ, ਫੈਮਿਲੀ ਲਾਅ ਦੇ ਅੰਦਰ ਕਿਹੜੇ ਮੁੱਦੇ ਆਉਂਦੇ ਨੇ, ਚਾਈਲਡ ਪ੍ਰੋਟੈਕਸ਼ਨ, ਬੱਚਿਆਂ ਦੀ ਦੇਖ ਰੇਖ, ਇਮੀਗ੍ਰੇਸ਼ਨ ਲਾਅ, ਇੰਪਲੋਇਮੈਂਟ ਲਾਅ, ਅਸੀਂ ਇਹਨਾਂ ਸਾਰਿਆਂ ਦੇ ਉੱਤੇ ਟ੍ਰੇਨਿੰਗਸ ਕਰਦੇ ਹਾਂ, ਤਾਂ ਕਿ ਅਸੀਂ ਸਾਰੀਆਂ ਕਮਿਊਨਿਟੀ ਏਜੰਸੀਜ਼ ਨੂੰ ਪੂਰੀ ਤਰ੍ਹਾਂ ਦੇ ਨਾਲ ਟ੍ਰੇਨ ਕਰ ਸਕੀਏ, ਤਾਂ ਕਿ ਉਹਨਾਂ ਕੋਲ ਜਿਹੜੇ ਕਲਾਇੰਟ ਆਉਂਦੇ ਨੇ, ਜਿਵੇਂ ਹੁਣ ਜੇ ਹੋ ਸਕਦਾ ਕਿ ਕਿਸੇ ਦੇ ਪਰਿਵਾਰ 'ਚ ਝਗੜਾ ਹੋਇਆ, ਤਾਂ ਸਭ ਤੋਂ ਪਹਿਲਾਂ ਹੋ ਸਕਦਾ ਕਿ ਉਹ ਪਿਕਸ ਵਿੱਚ ਜਾਣ, ਤੇ ਜੇ ਪਿਕਸ ਨੂੰ ਸਾਡੀ ਜਾਣਕਾਰੀ ਹੋਏਗੀ ਤੇ ਕਾਨੂੰਨ ਦੀ ਥੋੜ੍ਹੀ ਬਹੁਤ ਜਾਣਕਾਰੀ ਹੋਏਗੀ, ਤਾਂ ਉਹਨਾਂ ਦੀ ਏਜੰਸੀ ਜਿਹੜੀ ਹੈ ਸਹੀ ਰੈਫਰਲ ਮੁਹੱਈਆ ਕਰਾਉਣ ਦੇ ਲਈ ਲਾਹੇਵੰਦ ਹੋਏਗੀ। ਸੋ ਇਹ ਮੇਰਾ ਰੋਲ ਹੈ। ਇਸੇ ਰੋਲ ਦੇ ਅਧੀਨ ਹੀ ਅਸੀਂ ਚੈਨਲ ਪੰਜਾਬੀ ਦੇ ਨਾਲ ਗੱਲਬਾਤ ਕੀਤੀ ਸੀ ਕਿ ਸੂਬਾਈ ਕਾਨੂੰਨ ਜਿਹੜੇ ਨੇ, ਪਰਿਵਾਰਕ ਕਾਨੂੰਨਾਂ ਦੇ ਸੰਬੰਧੀ, ਉਹਨਾਂ ਦੇ ਵਿੱਚ ਤਬਦੀਲੀ ਹੋਣ ਜਾ ਰਹੀ ਹੈ। ਸਰੀ ਕੋਰਟ ਹਾਊਸ ਜਿਹੜੀ ਹੈਗੀ ਆ, ਉਹ ਪਾਇਲਟ ਪ੍ਰੋਜੈਕਟ ਵਿਕਟੋਰੀਆ ਦੇ ਨਾਲ ਰਨ ਕਰ ਰਹੀ ਹੈ, ਜਿਹਦੇ 'ਚ ਉਹ ਦੇਖ ਰਹੇ ਨੇ ਕਿ ਇਹ ਤਬਦੀਲੀ ਕਿਵੇਂ ਲੋਕਾਂ ਨੂੰ ਲਾਹੇਵੰਦ ਹੋ ਸਕਦੀ ਹੈ। ਸੋ ਜਿਹੜੇ ਪਿਛਲੇ ਆਪਣੇ ਦੋਨੋਂ ਸ਼ੋਅ ਸੀ, ਉਹਦੇ ਵਿੱਚ ਚੰਦਨ ਸਬਰਵਾਲ ਫਰਮ ਸਬਰਵਾਲ ਲਾਅ ਗਰੁੱਪ, ਉਹਨਾਂ ਨੇ ਬਹੁਤ ਸੋਹਣੀ ਜਾਣਕਾਰੀ ਦਿੱਤੀ ਸੀ, ਤੇ ਆਉਂਦੇ ਸ਼ੋਅਜ਼ ਦੇ ਵਿੱਚ ਵੀ ਅਸੀਂ ਹੋਰ ਵਕੀਲਾਂ ਨੂੰ ਲਿਆਵਾਂਗੇ, ਹੋਰ ਬਦਲਦੇ ਕਾਨੂੰਨਾਂ ਦੇ ਬਾਰੇ ਵਿੱਚ ਜਾਣਕਾਰੀ ਦੇਣ ਦੇ ਲਈ। ਤੇ ਜਿੱਥੇ ਤੱਕ ਲੀਗਲ ਏਡ BC ਦਾ ਸਵਾਲ ਆਉਂਦਾ ਹੈ, ਲੀਗਲ ਏਡ BC ਇੱਕ ਪ੍ਰੋਵਿੰਸ਼ੀਅਲ ਫੰਡਡ ਬਾਡੀ ਹੈ, ਜਿਹੜੀ ਕਿ ਜਦ ਪਰਮਾਤਮਾ ਨਾ ਕਰੇ ਜੇ ਤੁਸੀਂ ਕਿਸੇ ਜ਼ੁਰਮ 'ਚ ਫਸ ਜਾਂਦੇ ਹੋ, ਉਹ ਜ਼ੁਰਮ ਕ੍ਰਿਮੀਨਲ ਹੋ ਸਕਦਾ, ਪਰਿਵਾਰਕ ਹੋ ਸਕਦਾ, ਤੁਹਾਡੇ ਬੱਚਿਆਂ ਦੀ ਦੇਖ ਰੇਖ, ਚਾਈਲਡ ਪ੍ਰੋਟੈਕਸ਼ਨ ਲਾਅ ਹੋ ਸਕਦਾ, ਜਾਂ ਇਮੀਗ੍ਰੇਸ਼ਨ ਲਾਅ ਹੋ ਸਕਦਾ। ਤੇ ਜੇ ਤੁਸੀਂ ਉਹਦੇ ਵਿੱਚ ਫਸ ਜਾਂਦੇ ਹੋ ਤਾਂ ਲੀਗਲ ਏਡ BC ਤੁਹਾਨੂੰ ਮੁਫਤ ਵਕੀਲ ਦਿੰਦੀ ਹੈ। ਹੁਣ ਇਹ ਨਹੀਂ ਕਿ ਅਸੀਂ ਲੀਗਲ ਏਡ BC ਜਿਹੜੀ ਆ ਮੁਫਤ ਵਕੀਲ
ਉਦਾਂ ਹੀ ਦੇ ਦਿੰਦੀ ਹੈ। ਉਹਦੇ ਲਈ ਤੁਹਾਨੂੰ ਤੁਹਾਡੀ ਜਿਹੜੀ ਆਮਦਨ ਰੇਖਾ ਉਹਦਾ ਥੱਲੇ ਹੋਣਾ ਬਹੁਤ ਜ਼ਰੂਰੀ ਹੈ। ਸੋ ਫਾਈਨੈਂਸ਼ੀਅਲ ਗਾਈਡਲਾਈਨਸ ਜਿਹੜੀਆਂ ਨੇ ਉਹ ਸਭ ਤੋਂ ਪਹਿਲਾਂ ਆਉਂਦੀਆਂ ਨੇ। ਜੇ ਤੁਸੀਂ ਫਾਈਨੈਂਸ਼ੀਅਲ ਗਾਈਡਲਾਈਨਸ ਦੇ ਵਿੱਚੋਂ ਲੰਘ ਜਾਂਦੇ ਹੋ, ਤੁਹਾਡੀ ਆਮਦਨ ਥੋੜੀ ਹੈ, ਤਾਂ ਤੁਹਾਨੂੰ ਸੇਵਾਵਾਂ ਮਿਲ ਸਕਦੀਆਂ। ਫਿਰ ਦੂਸਰੀ ਗੱਲ, ਇਮੀਗ੍ਰੇਸ਼ਨ ਲਾਅ ਜਦੋਂ ਆਉਂਦਾ ਤਾਂ ਬਹੁਤ ਸਾਰੇ ਲੋਕ ਇਹ ਸਵਾਲ ਪੁੱਛਣ ਲੱਗਦੇ ਨੇ ਜੀ, ਵਰਕ ਪਰਮਿਟ, ਸਟੱਡੀ ਵੀਜ਼ਾਸ, ਉਹਨਾਂ ਦੇ ਵਿੱਚ ਲੀਗਲ ਏਡ BC ਤੁਹਾਡੀ ਮਦਦ ਨਹੀਂ ਕਰ ਸਕਦੀ। ਲੀਗਲ ਏਡ BC ਉਦੋਂ ਹੀ ਇਮੀਗ੍ਰੇਸ਼ਨ ਲਾਅ ਦੇ ਵਿੱਚ ਮਦਦ ਕਰਦੀ ਹੈ ਜਾਂ ਤਾਂ ਕਿਸੇ ਨੂੰ ਡਿਪੂਟੇਸ਼ਨ ਆਰਡਰ ਲੱਗਿਆ ਹੋਵੇ, ਫਿਰ ਜਾਂ ਕੋਈ ਰਿਫਿਊਜੀ ਸਟੇਟਸ ਹੋਵੇ ਜਾਂ ਕੋਈ ਉਹਦੇ ਨਾਲ ਸੰਬੰਧਿਤ ਫਾਈਲ ਹੋਵੇ। ਬੜੀ ਲਿਮਿਟਿਡ ਹੈ ਇਮੀਗ੍ਰੇਸ਼ਨ ਦੀ ਜਿਹੜੀ ਕਵਰੇਜ ਹੈ। ਸਭ ਤੋਂ ਜ਼ਿਆਦਾ ਕਵਰੇਜ ਹੈਗੀ ਕ੍ਰਿਮੀਨਲ ਲਾਅ ਦੀ ਤੇ ਫੈਮਿਲੀ ਲਾਅ ਦੀ। ਸੋ ਕ੍ਰਿਮੀਨਲ ਲਾਅ ਦੀ ਹੈਗੀ ਕਿ ਜੇ ਤੁਸੀਂ ਕਿਸੇ ਕਾਨੂੰਨ ਵਿੱਚ ਫਸ ਜਾਂਦੇ ਹੋ, ਕਾਨੂੰਨੀ ਜੁਰਮ ਵਿੱਚ ਫਸ ਜਾਂਦੇ ਹੋ, ਵੱਡੇ ਜੁਰਮ ਦੇ ਵਿੱਚ, ਤੁਹਾਡੇ ਕੋਲੋਂ ਕਿਸੇ ਦਾ ਕਤਲ ਹੋ ਜਾਂਦਾ, ਜਾਂ ਤੁਸੀਂ ਹੋਰ ਕਿਸੇ ਡਰਾਈਵਿੰਗ, ਅਫੈਂਸਿਵ ਡਰਾਈਵਿੰਗ ਜਾਂ ਹੋਰ ਕਿਸੇ ਇਦਾਂ ਦੇ ਚੱਕਰਾਂ ਦੇ ਵਿੱਚ ਫਸ ਜਾਂਦੇ ਹੋ, ਤਾਂ ਤੁਸੀਂ ਲੀਗਲ ਏਡ BC ਨੂੰ ਅਪਲਾਈ ਕਰ ਸਕਦੇ ਹੋ। ਈਵਨ ਯੂਥ ਜਿਹੜੇ ਨੇ 19 ਸਾਲ ਤੋਂ ਥੱਲੇ ਜਾਂ 19 ਸਾਲ ਤੋਂ ਉੱਪਰ ਵੀ ਅਪਲਾਈ ਕਰ ਸਕਦੇ ਨੇ, ਤੇ ਤੁਹਾਡੀ ਆਮਦਨ ਦੇ ਉੱਤੇ ਆਧਾਰਿਤ ਤੁਹਾਨੂੰ ਫ੍ਰੀ ਲੀਗਲ ਏਡ ਮਿਲ ਸਕਦੀ ਹੈ, ਤੁਹਾਨੂੰ ਫ੍ਰੀ ਵਕੀਲ ਮਿਲ ਸਕਦਾ। ਪਰਿਵਾਰਕ ਕਾਨੂੰਨ ਦੇ ਵਿੱਚ ਜੇ ਤੁਹਾਨੂੰ ਲੱਗਦਾ ਕਿ ਤੁਹਾਡੀ ਤੇ ਤੁਹਾਡੇ ਬੱਚੇ ਦੀ ਜਾਨ ਖਤਰੇ 'ਚ ਆ, ਤੁਹਾਨੂੰ ਇੱਕਦਮ ਕੋਰਟ ਆਰਡਰਸ ਚਾਹੀਦੇ ਨੇ, ਤਾਂ ਤੁਸੀਂ ਲੀਗਲ ਏਡ BC ਦੇ ਲਈ ਅਪਲਾਈ ਕਰ ਸਕਦੇ ਹੋ। ਫਿਰ ਜਿਵੇਂ ਅੱਜ ਕੱਲ ਪਰਿਵਾਰਕ ਕਾਨੂੰਨ ਦੇ ਵਿੱਚ ਪੇਰੈਂਟਿੰਗ ਟਾਈਮ ਆਇਆ ਜਾਂ ਹੋਰ ਇਹੋ ਜਿਹੀਆਂ ਬੱਚਿਆਂ ਦੀ ਹਿਫਾਜ਼ਤ ਕਰਨੀ, ਬੱਚਿਆਂ ਦੀ ਕਸਟਡੀ ਲੈਣੀ, ਜਾਂ ਇਹ ਟਰਮਸ ਚੇਂਜ ਹੋ ਗਈਆਂ ਨੇ, ਪਰ ਇਹਨਾਂ ਚੀਜ਼ਾਂ ਦੇ ਲਈ ਵੀ ਜਿਹੜੀ ਲੀਗਲ ਏਡ ਆ ਤੁਹਾਨੂੰ ਮਿਲ ਸਕਦੀ ਹੈ। ਚਾਈਲਡ ਪ੍ਰੋਟੈਕਸ਼ਨ, ਜੇ ਲੱਗਦਾ ਕਿ ਤੁਹਾਨੂੰ ਡਰ ਹੈ, ਤੁਹਾਨੂੰ ਮਿਨਿਸਟਰੀ ਦਾ ਫੋਨ ਆਇਆ, ਮਿਨਿਸਟਰੀ ਤੁਹਾਡੇ ਬੱਚੇ ਨੂੰ ਤੁਹਾਡੇ ਕੋਲੋਂ ਲੈ ਕੇ ਜਾਣਾ ਚਾਹੁੰਦੀ ਹੈ, ਕੋਈ ਕਿਸੇ ਵੀ ਕਾਰਨ ਕਰਕੇ, ਤੁਸੀਂ ਇੱਕਦਮ ਲੀਗਲ ਏਡ BC ਨੂੰ ਫੋਨ ਕਰੋ। ਅਗੇਨ ਫਾਈਨੈਂਸ਼ੀਅਲ ਗਾਈਡਲਾਈਨਸ ਦੇ ਆਧਾਰਿਤ ਤੁਹਾਨੂੰ ਜਿਹੜੀ ਲੀਗਲ ਏਡ ਆ ਮਿਲ ਸਕਦੀ ਹੈ। ਤੇ ਅਗਲੇ ਹਫਤੇ ਆਪਾਂ ਗੱਲ ਵੀ ਚਾਈਲਡ ਪ੍ਰੋਟੈਕਸ਼ਨ ਦੇ ਉੱਤੇ ਕਰਾਂਗੇ, ਬੱਚਿਆਂ ਦੀ ਹਿਫਾਜ਼ਤ ਦੇ ਉੱਤੇ। ਬਿਲਕੁਲ। ਸੋ ਇਹ ਲੀਗਲ ਏਡ BC ਦਾ ਮੈਂਡੇਟ ਆ। ਤੇ ਜਦੋਂ ਆਪਾਂ ਫਾਈਨੈਂਸ਼ੀਅਲ ਗਾਈਡਲਾਈਨਸ ਦੀ ਗੱਲ ਕਰਦੇ ਹਾਂ, ਤੇ ਫਾਈਨੈਂਸ਼ੀਅਲ ਗਾਈਡਲਾਈਨਸ ਦੇ ਵਿੱਚ ਇਦਾਂ ਹੁੰਦਾ ਕਿ ਜੇ ਆਪਾਂ ਪਰਿਵਾਰ ਦੇ 2 ਜਣੇ ਆ, ਸਪੋਜ਼ ਤੁਸੀਂ ਤੇ ਤੁਹਾਡਾ ਬੱਚਾ, ਤੇ ਫਾਈਨੈਂਸ਼ੀਅਲ ਗਾਈਡਲਾਈਨਸ ਦੇ ਵਿੱਚ ਆਮਦਨ ਜਿਹੜੀ ਹੈ ਉਹ $2340 ਨੈਟ ਇਨਕਮ ਹੋਣੀ ਚਾਹੀਦੀ ਹੈ। ਪਰ ਘਬਰਾਉਣਾ ਨਹੀਂ ਚਾਹੀਦਾ। ਮੈਂ ਹਮੇਸ਼ਾ ਇਨਕਰੇਜ ਕਰਦੀ ਹਾਂ ਕਿ ਤੁਸੀਂ ਲੀਗਲ ਏਡ BC ਨੂੰ ਅਪਲਾਈ ਕਰੋ, ਕਿਉਂਕਿ ਕਈ ਖਰਚੇ ਇਹੋ ਜਿਹੇ ਹੁੰਦੇ ਨੇ ਜਿਹੜੇ ਵਿੱਚੋਂ ਉਹਨਾਂ ਨੇ ਕੱਢਣੇ ਵੀ ਹੁੰਦੇ ਨੇ। ਤੇ ਇੱਕ ਮੈਂ ਬਹੁਤ ਜ਼ਰੂਰੀ ਗੱਲ ਜਿਹੜੀ ਇਹ ਕਹਿਣਾ ਚਾਹੁੰਦੀ ਹਾਂ ਕਿ ਸਭ ਸੇਵਾਵਾਂ ਜਿਹੜੀਆਂ ਨੇ ਗੁਪਤ ਰੱਖੀਆਂ ਜਾਂਦੀਆਂ ਨੇ, ਕੌਨਫੀਡੈਂਸ਼ੀਅਲ ਹੁੰਦੀਆਂ ਨੇ। ਲੋਕਾਂ ਨੂੰ ਬਹੁਤ ਇਹ ਰਹਿੰਦਾ ਕਿ ਉਹ ਜਿਹੜੀਆਂ ਸਾਡੀਆਂ ਸੇਵਾਵਾਂ ਨੇ, ਕਿਉਂਕਿ ਦੇਖੋ ਅਸੀਂ ਦੋਨਾਂ ਪਾਰਟੀਆਂ ਨੂੰ ਹੈਲਪ ਕਰਨੀ ਹੈ, ਲੀਗਲ ਏਡ BC ਨੇ ਦੋਨਾਂ ਪਾਰਟੀਆਂ ਨੂੰ ਹੈਲਪ ਕਰਨੀ ਹੈ। ਫਿਰ ਉਹਨਾਂ ਨੂੰ ਹੋ ਜਾਂਦਾ ਕਿ ਜੇ ਅਸੀਂ ਦੋਨੋਂ ਜਣੇ ਉੱਥੇ ਜਾਵਾਂਗੇ ਲੀਗਲ ਏਡ ਲੈਣ, ਤਾਂ ਹੋ ਸਕਦਾ ਸਾਡੀ ਇੱਕ ਦੂਜੇ ਦੀ ਜਾਣਕਾਰੀ ਜਿਹੜੀ ਆ ਉਹ ਸਾਂਝੀ ਕਰ ਦਿੱਤੀ ਜਾਏਗੀ। ਬਿਲਕੁਲ ਨਹੀਂ। ਤੁਹਾਡੀ ਕੌਨਸੈਂਟ ਤੋਂ ਬਿਨਾਂ, ਤੁਹਾਡੀ ਮਰਜ਼ੀ ਤੋਂ ਬਿਨਾਂ ਅਸੀਂ ਜਾਣਕਾਰੀ ਵਕੀਲ ਨੂੰ ਵੀ ਨਹੀਂ ਦੇ ਸਕਦੇ। ਸੋ ਇਹ ਸਾਰੀ ਜਾਣਕਾਰੀ ਜਿਹੜੀ ਹੈ ਗੁਪਤ ਹੁੰਦੀ ਹੈ। ਤੁਹਾਡੇ ਨਾਲ ਜਦੋਂ ਤੁਸੀਂ ਜਾਣਕਾਰੀ ਦੇ ਦੇਣੀ ਹੈ, ਮੈਂ ਇਹ ਵੀ ਸਾਰਿਆਂ ਨੂੰ ਕਹਿੰਦੀ ਹਾਂ ਕਿ ਜਦੋਂ ਤੁਸੀਂ ਲੀਗਲ ਏਡ BC ਤੇ ਇਨਟੇਕ ਵਰਕਰ ਹੁੰਦੇ ਨੇ ਜਿਹੜੇ ਤੁਹਾਡੀ ਅਰਜੀ ਲੈਂਦੇ ਨੇ, ਤੇ ਜਦੋਂ ਤੁਸੀਂ ਉਹਨਾਂ ਨੂੰ ਅਰਜੀ ਦਿੰਦੇ ਹੋ, ਐਪਲੀਕੇਸ਼ਨ ਆਪਣੀ ਦਿੰਦੇ ਹੋ, ਉਹਨਾਂ ਨੂੰ ਸਭ ਕੁਝ ਦੱਸੋ ਵੀ ਤੁਹਾਡੇ ਨਾਲ ਕੀ ਹੋਇਆ। ਕਿਉਂਕਿ ਉਹਨਾਂ ਦੇ ਕੋਲ ਸਾਰੀ ਜਾਣਕਾਰੀ ਜੇ ਸਹੀ ਹੋਏਗੀ, ਫਿਰ ਹੀ ਤੁਹਾਡਾ ਜਿਹੜਾ ਕਲੇਮ ਆ ਐਲੀਜੀਬਲ ਹੋ ਸਕਦਾ, ਫਿਰ ਹੀ ਤੁਹਾਨੂੰ ਉਹ ਵਕੀਲ ਦੇਣ ਦੇ ਵਿੱਚ ਮਦਦ ਕਰ ਸਕਦੇ ਨੇ। ਤੇ ਜਦੋਂ ਉਹਨਾਂ ਨੇ ਤੁਹਾਡੀ ਸਾਰੀ ਜਾਣਕਾਰੀ ਲੈ ਲੈਣੀ ਹੈ, ਉਹਦੇ ਤੋਂ ਬਾਅਦ ਫਿਰ ਉਹਨਾਂ ਨੇ ਤੁਹਾਡੀਆਂ ਫਾਈਨੈਂਸ਼ੀਅਲ ਤੁਹਾਨੂੰ ਪੁੱਛਣਾ, ਤੁਸੀਂ ਕੰਮ ਕਿੱਥੇ ਕਰਦੇ ਹੋ, ਤੁਸੀਂ ਕਰਦੇ ਵੀ ਹੋ ਜਾਂ ਨਹੀਂ ਕਰਦੇ, ਤੁਹਾਡੇ ਕੋਲ ਬੈਂਕ ਦੇ ਵਿੱਚ ਪੈਸੇ ਤਾਂ ਨਹੀਂ ਹੈਗੇ, ਤੁਹਾਡੇ ਕੋਲ ਐਸੈਟ ਕਿਹੜੇ ਕਿਹੜੇ ਹੈਗੇ ਨੇ, ਇਹ ਸਾਰੇ ਸਵਾਲ ਉਹਨਾਂ ਨੇ ਤੁਹਾਨੂੰ ਪੁੱਛਣੇ ਨੇ। ਤੇ ਇਹ ਸਾਰੇ ਸਵਾਲਾਂ ਦੇ ਜਿਹੜੇ ਪ੍ਰੂਫ ਹੁੰਦੇ ਨੇ ਉਹ ਵੀ ਉਹਨਾਂ ਨੇ ਤੁਹਾਡੇ ਕੋਲੋਂ ਲੈਣੇ ਨੇ। ਜੀ। ਸੋ ਲੀਗਲ ਏਡ BC ਦੇ ਵਿੱਚ ਜਿਵੇਂ ਕਿ ਤੁਸੀਂ ਦੱਸਿਆ ਵੀ ਕਈ ਵਾਰੀ ਲੋਕ ਡਰਦੇ ਵੀ ਨੇ। ਹੁਣ ਜਿਹੜਾ ਖਰਚਾ ਹੈ ਕਈ ਵਾਰੀ ਉਹ ਵੀ ਡਰਾ ਦਿੰਦਾ। ਤੁਸੀਂ ਇੱਕ ਕੈਟਾਗਰੀ ਦਾ ਜਿਹੜਾ ਇਹ ਖਰਚਾ ਹੈ ਸਾਂਝਾ ਕੀਤਾ, ਹੋਰ ਕੈਟਾਗਰੀਜ਼ ਵੀ ਜਿਹੜੀਆਂ ਨੇ ਉਹ ਜਦੋਂ ਲੀਗਲ ਏਡ BC ਦੇ ਨਾਲ ਸੰਪਰਕ ਕਰਦੀਆਂ ਨੇ ਕਿਸੇ ਵੀ ਅਦਰ ਕੇਸ ਦੇ ਲਈ, ਜਿਹੜੇ ਕੇਸ ਦੀ ਇੱਕ ਤੁਸੀਂ ਐਗਜ਼ਾਮਪਲ ਦਿੱਤੀ ਹੈ, ਅਗਰ ਉਸ ਤੋਂ ਅਲੱਗ ਕੋਈ ਕੇਸ ਹੈਗਾ, ਤਾਂ ਕਿ ਹਰ ਕੈਟਾਗਰੀ ਦੇ ਲਈ ਅਲੱਗ-ਅਲੱਗ ਫਾਈਨੈਂਸ਼ੀਅਲ ਜਿਹੜਾ ਹੈਗਾ ਖਰਚਾ ਹੁੰਦਾ? ਨੋ, ਇਹ ਫਾਈਨੈਂਸ਼ੀਅਲ ਗਾਈਡਲਾਈਨ ਆ ਅਪਲਾਈ ਕਰਨ ਦੇ ਲਈ ਜਿਹੜੀ ਕਾਨੂੰਨਾਂ ਦੀ ਮੈਂ ਗੱਲ ਕੀਤੀ ਹੈ। ਇਸ ਤੋਂ ਬਿਨਾਂ ਲੀਗਲ ਏਡ BC ਹੋਰ ਬਹੁਤ ਸਾਰੀਆਂ ਸੇਵਾਵਾਂ ਦਿੰਦੀ ਹੈ। ਤੁਸੀਂ ਦੇਖੋ, ਜਿਹੜੇ ਲੋਕ ਪੜ੍ਹ ਲਿਖ ਸਕਦੇ ਨੇ, ਥੋੜਾ ਬਹੁਤਾ ਉਹਨਾਂ ਕੋ ਵੈਬਸਾਈਟ ਐਕਸੈਸ ਹੈਗੀ ਆ, ਮੈਂ ਇਨਕਰੇਜ ਕਰਦੀ ਹਾਂ ਕਿ ਤੁਸੀਂ ਲੀਗਲ ਏਡ BC ਦੀ ਵੈਬਸਾਈਟ ਤੇ ਜਾਓ। ਲੀਗਲ ਏਡ BC ਦੀ ਵੈਬਸਾਈਟ ਅੱਜ ਸਾਡੀ ਸਕਰੀਨ ਦੇ ਉੱਪਰ ਵੀ ਅਸੀਂ ਡਿਸਪਲੇ ਕਰਾਂਗੇ, ਪਰ ਮੈਂ ਦੱਸ ਵੀ ਦਿੰਨੀ ਆ, ਇਟਸ www.legalaid
legalAid.bc.ca ਸਾਰੀ ਜਾਣਕਾਰੀ ਜਿਹੜੀ ਹੈ ਉਹ ਲੀਗਲ ਏਡ ਦੀ ਵੈਬਸਾਈਟ ਦੇ ਉੱਤੇ ਹੈਗੀ ਹੈ। ਇਸ ਤੋਂ ਬਿਨਾ ਲੀਗਲ ਏਡ BC ਕਿਤਾਬਾਂ ਵੀ ਛਪਾਉਂਦੀ ਹੈ ਜਿਹੜੀਆਂ ਪੰਜਾਬੀ ਚ ਵੀ ਹੈਗੀਆਂ ਨੇ। ਸੋ ਹਰ ਮੁੱਦੇ ਦੇ ਉੱਤੇ ਭਾਵੇਂ ਉਹ ਕ੍ਰਿਮੀਨਲ ਹੋਵੇ, ਪਰਿਵਾਰਕ ਹੋਵੇ, ਬੱਚਿਆਂ ਦੇ ਨਾਲ ਸੰਬੰਧਿਤ ਹੋਵੇ ਜਾਂ ਇਮੀਗ੍ਰੇਸ਼ਨ ਬਾਰੇ ਹੋਵੇ, ਤਾਂ ਉਹਦੇ ਚ ਪੰਜਾਬੀ ਵਿੱਚ ਵੀ ਕਿਤਾਬਾਂ ਹੈਗੀਆਂ ਨੇ ਜਿਹੜੀਆਂ ਕਿ ਤੁਸੀਂ ਲੀਗਲ ਏਡ BC ਦੀ ਵੈਬਸਾਈਟ ਤੇ ਜਾ ਕੇ ਵੀ ਬਿਲਕੁਲ ਬਿਨਾ ਕਾਸਟ ਤੋਂ ਫ੍ਰੀ ਦੇ ਵਿੱਚ ਆਰਡਰ ਕਰ ਸਕਦੇ ਹੋ। ਕਾਪੀ ਤੁਹਾਡੇ ਘਰ ਆ ਜਾਏਗੀ। ਤੇ ਜੇ ਤੁਹਾਨੂੰ ਲੱਗਦਾ ਕਿ ਤੁਹਾਨੂੰ ਮਦਦ ਦੀ ਲੋੜ ਹੈ ਜਾਂ ਤੁਸੀਂ ਕਿਸੇ ਨੂੰ ਦੱਸਣਾ ਹੀ ਨਹੀਂ ਚਾਹੁੰਦੇ, ਤੁਸੀਂ ਜਾਣਕਾਰੀ ਆਪਣੇ ਆਪ ਪਹਿਲਾਂ ਪੜ੍ਹਨੀ ਚਾਹੁੰਦੇ ਹੋ, ਤਾਂ ਤੁਸੀਂ ਕਿਸੇ ਵੀ ਕਮਿਊਨਿਟੀ ਏਜੰਸੀ ਕੋਲ ਚਲੇ ਜਾਓ। ਉਹਨਾਂ ਦੇ ਕੋਲ ਉਹ ਬੁੱਕਸ ਹੁੰਦੀਆਂ ਨੇ। ਜੇ ਨਹੀਂ ਹੋਣਗੀਆਂ ਤਾਂ ਉਹ ਲੀਗਲ ਏਡ BC ਤੋਂ ਤੁਹਾਨੂੰ ਮੰਗਾ ਕੇ ਦੇ ਦੇਣਗੇ। ਕਿਉਂਕਿ ਬਹੁਤ ਸਾਰੀਆਂ ਏਜੰਸੀਜ਼ ਜਿਹੜੀਆਂ ਨੇ ਕਮਿਊਨਿਟੀ ਏਜੰਸੀਜ਼ ਨੇ, ਉਹਨਾਂ ਨੇ ਪਬਲੀਕੇਸ਼ਨਸ ਅਕਾਊਂਟ ਜਿਹੜਾ ਲੀਗਲ ਏਡ BC ਨਾਲ ਬਣਾਇਆ ਹੋਇਆ, ਤੇ ਉਸ ਹਿਸਾਬ ਦੇ ਨਾਲ ਉਹ ਤੁਹਾਨੂੰ ਕਿਤਾਬਾਂ ਜਿਹੜੀਆਂ ਨੇ ਉਹ ਆਰਡਰ ਕਰਕੇ ਦੇ ਸਕਦੇ ਨੇ। ਜੀ ਬਲਜਿੰਦਰ ਜੀ, ਕਈ ਵਾਰੀ ਕੇਸਿਸ ਇਦਾਂ ਦੇ ਹੁੰਦੇ ਨੇ ਇੱਥੇ ਜਦੋਂ ਪਰਿਵਾਰਾਂ ਦੀ ਗੱਲ ਹੋ ਰਹੀ, ਤੇ ਕਈ ਵਾਰੀ ਇਹ ਹੁੰਦਾ ਵੀ ਜਿਹੜੇ ਬਜ਼ੁਰਗ ਲੋਕ ਨੇ, ਕਈ ਵਾਰੀ ਮਾਪਿਆਂ ਨੂੰ ਬੜੀ ਦਿੱਕਤ ਆ ਜਾਂਦੀ ਹੈ। ਉਹਨਾਂ ਦੇ ਬੱਚੇ ਜਿਹੜੇ ਆ ਉਹਨਾਂ ਨੂੰ ਇੱਥੇ ਆ ਕੇ ਆਪਣੇ ਘਰ ਦੇ ਵਿੱਚੋਂ ਕਈ ਵਾਰੀ ਅਲੱਗ ਕਰ ਦਿੰਦੇ ਨੇ। ਉਹ ਜਦੋਂ ਉਹ ਇਦਾਂ ਦੀਆਂ ਕੋਈ ਸੇਵਾਵਾਂ ਲੈਣੀਆਂ ਚਾਹੁੰਦੇ ਨੇ ਜਾਂ ਉਹਨਾਂ ਦਾ ਕੋਈ ਆਪਣਾ ਰਾਈਟ ਹੈ, ਉਹਨਾਂ ਨੂੰ ਕਈ ਵਾਰੀ ਬੜੀ ਦਿੱਕਤ ਹੁੰਦੀ। ਇੱਕ ਤਾਂ ਉਹਨਾਂ ਦੇ ਅੰਦਰ ਡਰ ਸਤਾਉਂਦਾ ਹੈ ਵੀ ਵਕੀਲ ਜਿਹੜੇ ਨੇ ਉਹ ਪਤਾ ਨਹੀਂ ਸਾਡੀ ਜੇ ਮੁਫਤ ਦੇ ਵਿੱਚ ਜੇ ਵਕੀਲ ਮਿਲਦਾ ਤਾਂ ਪਤਾ ਨਹੀਂ ਉਹ ਕਿੰਨੀ ਕੁ ਗੱਲ ਸੁਣਨਗੇ, ਕਿੰਨੀ ਕੁ ਤਵੱਜੋ ਦੇਣਗੇ। ਫਿਰ ਉਹਨਾਂ ਦੇ ਅੰਦਰ ਡਰ ਹੁੰਦਾ ਹੈ ਵੀ ਜੇ ਉਹਨਾਂ ਕੋਲ ਦੂਜੀ ਪਾਰਟੀ ਪਹੁੰਚ ਗਈ, ਠੀਕ ਹੈ, ਉਹ ਕਿਤੇ ਜਾ ਕੇ ਉਹਨਾਂ ਨੂੰ ਆਪਣੇ ਤਰੀਕੇ ਨਾਲ ਨਾ ਸੈੱਟ ਕਰ ਲਵੇ। ਫਿਰ ਇਹ ਮਾਪਿਆਂ ਦੇ ਮਨ 'ਚ, ਕਿਉਂਕਿ ਅਸੀਂ ਇੱਥੇ ਬਹੁਤ ਸਾਰੇ ਬਜ਼ੁਰਗਾਂ ਨਾਲ ਅਸੀਂ ਜਦੋਂ ਬਹਿੰਦੇ ਉੱਠਦੇ ਹਾਂ, ਉਹਨਾਂ ਦੀਆਂ ਗੱਲਾਂ ਅਸੀਂ ਸੁਣਦੇ ਹਾਂ, ਤੇ ਉਹ ਬੜਾ ਸਾਰਾ ਉਹਨਾਂ ਦੇ ਅੰਦਰ ਡਰ ਹੁੰਦਾ ਹੈ। ਸ਼ਾਇਦ ਜਿਹਨੂੰ ਅਸੀਂ ਇਹ ਕਹਿ ਸਕਦੇ ਹਾਂ ਵੀ ਨੌਲੇਜ ਦੀ ਘਾਟ ਹੈ। ਉਹਨਾਂ ਨੂੰ ਹਜੇ ਤੱਕ ਇਹੀ ਨਹੀਂ ਵਿਚਾਰਿਆਂ ਨੂੰ ਪਤਾ ਹੁੰਦਾ ਵੀ ਜਿਵੇਂ ਤੁਸੀਂ ਬੁੱਕਸ ਦੀ ਗੱਲ ਕੀਤੀ ਹੈ ਵੀ ਲਾਅ ਸੰਬੰਧੀ ਸਾਰੀਆਂ ਔਰ ਪੰਜਾਬੀ ਲੈਂਗੁਏਜ ਦੇ ਵਿੱਚ ਹੈਗੀਆਂ ਨੇ, ਕਿਉਂਕਿ ਉਹਨਾਂ ਨੂੰ ਇਸ ਚੀਜ਼ ਦਾ ਨਹੀਂ ਪਤਾ, ਤੇ ਕਈ ਵਾਰੀ ਉਹ ਗੁੰਮਰਾਹ ਵੀ ਹੋ ਜਾਂਦੇ ਨੇ। ਲੋਕ ਵੀ ਉਹਨਾਂ ਨੂੰ ਕਦੀ ਗਲਤ ਗਾਈਡ ਕਰ ਦਿੰਦੇ ਨੇ, ਇੱਕ ਦੂਜੇ ਦੀ ਗਲਤ ਗਾਈਡੈਂਸ ਦੇ ਨਾਲ ਉਹ ਡਰ ਪੈਦਾ ਹੋ ਜਾਂਦੇ ਨੇ। ਉਹ ਸ਼ੰਕੇ ਉਹਨਾਂ ਨੂੰ ਕਦੀ ਕਦੀ ਲੀਗਲ ਏਡ BC ਦੀਆਂ ਸੇਵਾਵਾਂ ਲੈਣ ਦੇ ਲਈ ਪਿੱਛੇ ਹੀ ਰੱਖਦੇ ਨੇ ਵੀ ਅਸੀਂ ਪਤਾ ਨਹੀਂ ਇਹ ਕੇਸ ਹਾਰ ਜਾਵਾਂਗੇ ਜਾਂ ਸਾਡੇ ਨਾਲ ਕੀ ਕੁਝ ਹੋਏਗਾ। ਜਦੋਂ ਇੱਦਾਂ ਦੇ ਇੰਨੇ ਸਾਰੇ ਸਵਾਲ ਮਨਾਂ ਦੇ ਵਿੱਚ ਹੁੰਦੇ ਨੇ ਤਾਂ ਉਹ ਪਰਸਨ ਕੀ ਕਰ ਸਕਦਾ, ਤੇ ਲੀਗਲ ਏਡ BC ਜਿਹੜਾ ਉਹ ਉਹਨਾਂ ਦੀ ਮਦਦ ਕਿਵੇਂ ਕਰ ਸਕਦਾ ਤਾਂ ਕਿ ਇਹ ਸਾਰੇ ਸਵਾਲ ਉਹਨਾਂ ਦੇ ਜ਼ਿਹਨ ਦੇ ਵਿੱਚੋਂ ਜਿਹੜੇ ਨੇ ਉਹ ਜਾ ਸਕਣ ਤੇ ਉਹ ਖੁੱਲ੍ਹ ਕੇ ਅੱਗੇ ਆ ਕੇ ਆਪਣਾ ਜਿਹੜਾ ਕੇਸ ਲੀਗਲ ਏਡ BC ਮੂਹਰੇ ਰੱਖ ਸਕਣ। ਦੇਖੋ, ਲੀਗਲ ਏਡ BC ਫਿਰ ਸੀਨੀਅਰਸ ਅਬਿਊਜ਼ ਦੀ ਗੱਲ ਆ ਜਾਂਦੀ ਹੈ। ਇਹਦੇ ਤੇ ਡਿਪੈਂਡ ਕਰਦਾ ਕਿ ਉਹ ਕਾਹਦੇ ਵਿੱਚੋਂ ਨਿਕਲ ਰਹੇ ਨੇ। ਬਹੁਤ ਸਾਰੀਆਂ ਏਜੰਸੀਜ਼ ਹੈਲਪ ਕਰਦੀਆਂ ਨੇ। ਸੋ ਜੇ ਉਹ ਲੀਗਲ ਏਡ BC ਦੀ ਲੀਗਲ ਇਨਫੋਰਮੇਸ਼ਨ ਆਊਟਰੀਚ ਵਰਕਰਸ ਨੂੰ ਫੋਨ ਕਰਦੇ ਨੇ, ਜਿਹੜੇ ਨੰਬਰ ਆਪਾਂ ਸਕਰੀਨ ਦੇ ਉੱਤੇ ਚਲਾਏ ਨੇ, ਤਾਂ ਉਹ ਉਹਨਾਂ ਨੂੰ ਉਸ ਏਜੰਸੀ ਨੂੰ ਰੈਫਰ ਕਰ ਸਕਦੇ ਨੇ ਤੇ ਉਹ ਏਜੰਸੀ ਉਹਨਾਂ ਦੀ ਮਦਦ ਕਰ ਸਕਦੀ ਹੈ। ਬਹੁਤ ਸਾਰੀਆਂ ਏਜੰਸੀਜ਼ ਨੇ, ਪੀਪਲਜ਼ ਲਾਅ ਸਕੂਲ, ਉਹਨਾਂ ਦੀਆਂ ਵੀ ਕਿਤਾਬਾਂ ਨੇ, ਉਹ ਸੈਸ਼ਨ ਵੀ ਕਰਦੇ ਨੇ, ਬਜ਼ੁਰਗਾਂ ਲਈ ਵੀ ਸੈਸ਼ਨ ਕਰਦੇ ਨੇ। ਬਹੁਤ ਸਾਰੀਆਂ ਏਜੰਸੀਜ਼ ਇਹੋ ਜਿਹੀਆਂ ਨੇ ਜਿਹੜੀਆਂ ਸਿਰਫ ਬਜ਼ੁਰਗਾਂ ਦੀ ਮਦਦ ਕਰਦੀਆਂ ਨੇ। ਸੋਰਸਿਸ ਸਰੀ ਦੇ ਵਿੱਚ ਏਜੰਸੀ ਹੈਗੀ ਹੈ, ਉਹ ਬਜ਼ੁਰਗਾਂ ਦੀ ਮਦਦ ਵੀ, ਸੋਰਸਿਸ, ਆਪਸ਼ਨਸ, ਇਹਨਾਂ ਦੇ ਕੋਲੋਂ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਜਾ ਸਕਦੀ ਹੈ। ਸੋ ਬਹੁਤ ਸਾਰੀਆਂ ਏਜੰਸੀਜ਼ ਨੇ ਜਿਹੜੀਆਂ ਤੁਹਾਨੂੰ ਹਰ ਤਰ੍ਹਾਂ ਦੀ ਜਾਣਕਾਰੀ ਪ੍ਰਦਾਨ ਕਰ ਸਕਦੀਆਂ ਨੇ, ਤੇ ਤੁਸੀਂ ਲੀਗਲ ਇਨਫੋਰਮੇਸ਼ਨ ਆਊਟਰੀਚ ਵਰਕਰਸ ਨੂੰ ਫੋਨ ਕਰਕੇ ਪੁੱਛ ਸਕਦੇ ਹੋ। ਦੂਸਰੀ ਗੱਲ ਆ, ਲੀਗਲ ਏਡ BC ਇਹ ਨਹੀਂ ਵੀ ਤੁਸੀਂ ਆਏ, ਤੁਸੀਂ ਅਰਜੀ ਦਿੱਤੀ, ਹੋ ਸਕਦਾ ਤੁਹਾਨੂੰ ਲੀਗਲ ਏਡ ਨਹੀਂ ਮਿਲੇ, ਤੁਹਾਡੀ ਆਮਦਨ ਥੋੜੀ ਜ਼ਿਆਦਾ ਜਾਂ ਤੁਹਾਡੇ ਕੋਲ ਐਸੈਟਸ ਵਜੋਂ ਹੋਰ ਐਸੈਟ ਬਹੁਤ ਨੇ, ਤੁਹਾਡੇ ਕੋਲ ਕਾਰਾਂ ਨੇ, ਘਰ ਨੇ, ਤੁਹਾਡੇ ਕੋਲ ਬੈਂਕ 'ਚ ਪੈਸੇ ਪਏ ਨੇ, ਤੁਹਾਨੂੰ ਲੀਗਲ ਏਡ ਨਹੀਂ ਮਿਲੀ। ਤੁਹਾਨੂੰ ਕੋਈ ਘਬਰਾਉਣ ਦੀ ਗੱਲ ਨਹੀਂ ਗੀ। ਲੀਗਲ ਏਡ ਦੇ ਕੋਲ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ। ਸਭ ਤੋਂ ਵੱਡੀ ਚੀਜ਼ ਆ ਲੀਗਲ ਏਡ ਦੇ ਕੋਲ ਫੈਮਿਲੀ ਲਾਅ ਲਾਈਨ ਹੈ ਜਿਹੜੀ ਮੁਫਤ ਵਿੱਚ ਸਰਵਿਸ ਦਿੰਦੀ ਹੈ। ਉਹਦੀ ਫਾਈਨੈਂਸ਼ੀਅਲ ਐਲੀਜੀਬਿਲਿਟੀ ਜਿਹੜੀ ਹੈ ਉਹ ਦੂਸਰੀ ਐਲੀਜੀਬਿਲਿਟੀ ਨਾਲੋਂ ਥੋੜੀ ਜ਼ਿਆਦਾ ਹੈ। ਆਮ ਤੌਰ ਦੇ ਉੱਤੇ ਜਿਹੜੇ ਮੈਂ ਕਹਿੰਦੀ ਹੁੰਦੀ ਮਾਧਿਅਮ ਪਰਿਵਾਰ ਨੇ, ਸੋਹਣੀ ਆਮਦਨ ਬਣਾਉਂਦੇ ਨੇ, ਉਹ ਵੀ ਉਹਦੀ ਸੇਵਾਵਾਂ ਲੈ ਸਕਦੇ ਨੇ। ਤੇ ਤੁਸੀਂ ਇੱਕ ਵੇਲੇ ਜਦੋਂ ਫੋਨ ਕਰਦੇ ਆ ਉਹਨੂੰ, ਤੇ ਤੁਸੀਂ 45 ਮਿੰਟ ਤੱਕ ਵਕੀਲ ਤੋਂ ਸਰਵਿਸ ਫ੍ਰੀ 'ਚ ਲੈ ਸਕਦੇ ਆ। ਇਨ ਟੋਟਲ ਤੁਸੀਂ 4 ਘੰਟੇ ਤੱਕ ਫ੍ਰੀ ਸਰਵਿਸ ਲੈ ਸਕਦੇ ਆ। ਸੋ ਜੇ ਤੁਹਾਨੂੰ ਕੋਈ ਪੇਪਰ ਭਰਨ ਦੀ ਲੋੜ ਹੈ, ਤੁਹਾਨੂੰ ਉਹਨਾਂ ਕੋਲ ਗਾਈਡੈਂਸ ਦੀ ਲੋੜ ਹੈ, ਉਹਨਾਂ ਦੇ ਕੋਲੋਂ ਉਹਨਾਂ ਦੀ ਐਡਵਾਈਸ ਦੀ ਲੋੜ ਹੈ, ਉਹ ਫੈਮਿਲੀ ਲਾਅ ਲਾਈਨ ਦੇ ਥਰੂ ਤੁਹਾਨੂੰ ਦੇ ਸਕਦੇ ਨੇ। ਸੋ ਇਹ ਇੱਕ ਚੀਜ਼ ਹੈ। ਦੂਸਰੀ ਚੀਜ਼ ਹੈ ਕਿ ਪਰਿਵਾਰਕ ਕਾਨੂੰਨ ਸੰਬੰਧੀ ਆਪਾਂ ਜਿਵੇਂ ਵੀ ਸੇਵਾਵਾਂ ਦੀ ਗੱਲ ਕੀਤੀ ਹੈ, ਫੈਮਿਲੀ ਡਿਊਟੀ ਕੌਂਸਲ
ਇਹ ਲੀਗਲ ਏਡ ਦੇ ਵਕੀਲ ਨੇ ਜਿਹੜੇ ਕਿ ਹਰ ਕੋਰਟ ਹਾਊਸ 'ਚ ਬੈਠੇ ਨੇ। ਸਰੀ ਕੋਰਟ ਹਾਊਸ 'ਚ ਵੀ ਹੈਗੇ ਨੇ, ਵੈਨਕੂਵਰ ਕੋਰਟ ਹਾਊਸ 'ਚ ਵੀ ਹੈਗੇ ਨੇ, ਸੁਪਰੀਮ ਕੋਰਟ ਦੇ ਵਿੱਚ ਵੀ ਹੈਗੇ ਨੇ। ਜੇ ਤੁਹਾਨੂੰ ਇੱਕਦਮ ਮਦਦ ਦੀ ਲੋੜ ਹੈ, ਤੁਹਾਨੂੰ ਲੱਗਦਾ ਹੈ ਕਿ ਤੁਸੀਂ ਇਹ ਮਸਲਾ ਉਹਨਾਂ ਦੇ ਨਾਲ ਸਾਂਝਾ ਕਰਨਾ ਹੈ, ਤੁਹਾਨੂੰ ਉਹਨਾਂ ਦੇ ਕੋਲੋਂ ਐਡਵਾਈਸ ਦੀ ਲੋੜ ਹੈ, ਤਾਂ ਤੁਸੀਂ ਫੈਮਿਲੀ ਡਿਊਟੀ ਕਾਉਂਸਲ ਕੋਲੋਂ ਲੈ ਸਕਦੇ ਹੋ। ਐਂਡ ਇਹ ਮੁਫਤ ਹੁੰਦੀ ਹੈ, ਐਨੀ ਟਾਈਮ ਤੁਸੀਂ ਲੈ ਸਕਦੇ ਹੋ। ਓਕੇ ਜੀ। ਇਸ ਤੋਂ ਇਲਾਵਾ ਲੀਗਲ ਏਡ ਨੇ ਇੱਕ ਵੈਬਸਾਈਟ ਬਣਾਈ ਹੈ, ਮਾਈ ਲਾਅ BC। ਇੱਕ ਗਾਈਡਡ ਵੈਬਸਾਈਟ ਹੈ, ਗਾਈਡਡ ਪਾਥਵੇ ਇਹਨੂੰ ਕਹਿੰਦੇ ਨੇ। ਓਕੇ। ਸੋ ਜਿਹੜੀ ਆਪਾਂ ਕਾਨੂੰਨਾਂ ਦੇ ਬਦਲਣ ਦੀ ਗੱਲ ਕੀਤੀ ਹੈ ਪਿਛਲੇ ਹਫਤੇ, ਚੰਦਨ ਨੇ ਵੀ ਦੱਸਿਆ ਸੀ ਕਿ ਗਾਈਡਡ ਪਾਥਵੇ ਦੇ ਉੱਤੇ ਫੈਮਿਲੀ ਰੈਜ਼ੋਲੂਸ਼ਨ ਸੈਂਟਰ ਹੈ। ਸੋ ਉਹਦੇ ਤੇ ਜਾ ਕੇ ਤੁਸੀਂ ਮੀਡੀਏਸ਼ਨ ਦੀਆਂ ਸੇਵਾਵਾਂ ਲੈ ਸਕਦੇ ਹੋ। ਮੀਡੀਏਸ਼ਨ ਦਾ ਮਤਲਬ ਹੈ ਕਿ ਤੁਸੀਂ ਇੱਕ ਟੇਬਲ ਤੇ ਆ ਕੇ ਆਪਣੀਆਂ ਮੰਗਾਂ ਰੱਖ ਕੇ ਸਾਂਝੇ ਤੌਰ ਦੇ ਉੱਤੇ ਕੋਰਟ ਦਾ ਖਰਚਾ ਬਚਾ ਕੇ ਫੈਸਲਾ ਕਰ ਸਕਦੇ ਹੋ। ਤੇ ਲੀਗਲ ਏਡ BC ਜਿਹੜੀ ਹੈ ਉਸ ਪ੍ਰੋਗਰਾਮ ਦੇ ਥਰੂ ਤੁਹਾਨੂੰ 5 ਘੰਟੇ ਤੱਕ ਮੀਡੀਏਸ਼ਨ ਫ੍ਰੀ ਦੇ ਸਕਦੀ ਹੈ। ਓਕੇ ਜੀ। ਸੋ ਇਹ ਨੇ ਸਾਰੀਆਂ ਸੇਵਾਵਾਂ, ਠੀਕ ਹੈ। ਬਲਜਿੰਦਰ ਜੀ, ਇਹਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਸੇਵਾਵਾਂ ਚਾਹੁੰਦਾ ਕਿ ਸਭ ਤੋਂ ਵੱਡੀ ਗੱਲ ਹੁੰਦੀ ਵੀ ਕੈਟਾਗਰੀ ਜਿਹੜੀਆਂ ਨੇ, ਕਿ ਉਹਨਾਂ ਲਈ ਵੀ ਕੋਈ ਗਾਈਡਲਾਈਨ ਸੈੱਟ ਹੈ ਵੀ ਇਹ ਕੈਟਾਗਰੀਜ਼ ਹੈਗੀਆਂ ਨੇ ਜਿਹੜੀਆਂ ਲੀਗਲ ਏਡ BC ਦੇ ਨਾਲ ਸੰਪਰਕ ਕਰ ਸਕਦੀਆਂ ਨੇ, ਜਾਂ ਜਿਨ੍ਹਾਂ ਨੂੰ ਵਕੀਲ ਮੁਹੱਈਆ ਹੋ ਸਕਦੇ ਨੇ, ਜਿਨ੍ਹਾਂ ਨੂੰ ਸੇਵਾਵਾਂ ਜਿਹੜੀਆਂ ਮਿਲ ਸਕਦੀਆਂ ਨੇ। ਜਿਵੇਂ ਮੈਂ ਪਹਿਲਾਂ ਗੱਲ ਕੀਤੀ ਸੀ ਕਿ ਸੇਵਾਵਾਂ ਲੈਣ ਦੇ ਲਈ ਜੇ ਤੁਹਾਡਾ ਜੁਰਮ ਜਿਹੜਾ ਉਹ ਕ੍ਰਿਮੀਨਲ ਲਾਅ ਚ ਆਉਂਦਾ, ਪਰਿਵਾਰਕ ਕਾਨੂੰਨ ਫੈਮਿਲੀ ਲਾਅ, ਚਾਈਲਡ ਪ੍ਰੋਟੈਕਸ਼ਨ ਬੱਚਿਆਂ ਸੰਬੰਧੀ, ਜਾਂ ਫਿਰ ਲਿਮਿਟਿਡ ਸਰਵਿਸਿਜ਼ ਇਮੀਗ੍ਰੇਸ਼ਨ। ਤੇ ਇੱਕ ਗੱਲ ਇੱਥੇ ਹੋਰ ਮੈਂ ਕਲੀਅਰ ਕਰ ਦੇਣੀ ਚਾਹੁੰਦੀ ਹਾਂ, ਡਾਈਵੋਰਸ ਲੀਗਲ ਏਡ BC ਨਹੀਂ ਕਵਰ ਕਰਦੀ। ਓਕੇ। ਸੋ ਲੀਗਲ ਏਡ BC ਡਾਈਵੋਰਸ ਤੋਂ ਪਹਿਲਾਂ ਜੋ ਜਿਵੇਂ ਬੱਚਿਆਂ ਦੀ ਹਿਫਾਜ਼ਤ ਦੇ ਲਈ, ਜੇ ਤੁਹਾਨੂੰ ਇੱਕਦਮ ਆਰਡਰਸ ਚਾਹੀਦੇ ਨੇ, ਤੁਹਾਡੀ ਜਾਨ ਨੂੰ ਖਤਰਾ ਹੈ, ਜਿਨ੍ਹਾਂ ਨੂੰ ਪ੍ਰੋਟੈਕਸ਼ਨ ਆਰਡਰਸ ਵੀ ਕਹਿ ਦਿੰਦੇ ਨੇ, ਇਹੋ ਜਿਹੀਆਂ ਚੀਜ਼ਾਂ ਦੇ ਲਈ, ਜਾਂ ਫਿਰ ਤੁਹਾਡਾ ਵਕੀਲ ਤੁਹਾਨੂੰ ਵਕੀਲ ਦੇ ਨਾਲ ਤਸੱਲੀ ਨਹੀਂ ਹੋਈ ਤੇ ਤੁਸੀਂ ਬਦਲਣਾ ਚਾਹੁੰਦੇ ਹੋ, ਉਹਦੇ ਲਈ ਵੀ ਤੁਸੀਂ ਐਪਲੀਕੇਸ਼ਨ ਕਰ ਸਕਦੇ ਹੋ। ਤੇ ਇੱਕ ਗੱਲ ਹੋਰ ਮੈਂ ਇੱਥੇ ਕਹਿਣੀ ਚਾਹੁੰਦੀ ਆ, ਇਹ ਅਕਸਰ ਲੋਕ ਪੁੱਛਦੇ ਨੇ, ਉਹ ਕਹਿੰਦੇ ਨੇ ਜੀ ਜਿਹੜੇ ਲੀਗਲ ਏਡ ਦੇ ਵਕੀਲ ਆ ਪੜ੍ਹੇ ਲਿਖੇ ਨਹੀਂ ਹੁੰਦੇ। ਹਾਂਜੀ। ਅਸੀਂ ਇਸ ਕਰਕੇ ਲੀਗਲ ਏਡ ਕੋਲ ਨਹੀਂ ਜਾਂਦੇ। ਲੀਗਲ ਏਡ ਦੇ ਵਕੀਲਾਂ ਦੀ ਪੜ੍ਹਾਈ ਉਹੀ ਹੁੰਦੀ ਹੈ ਜਿਹੜੇ ਤੁਸੀਂ ਆਮ ਵਕੀਲਾਂ ਨਾਲ ਗੱਲ ਕਰਦੇ ਹੋ, ਉਹੀ ਵਕੀਲ ਲੀਗਲ ਏਡ ਦੀਆਂ ਫਾਈਲਾਂ ਵੀ ਲੈਂਦੇ ਨੇ। ਸੋ ਕੋਈ ਫਰਕ ਨਹੀਂ ਹੁੰਦਾ। ਏਦਾਂ ਹੁੰਦਾ ਕਿ ਜਦੋਂ ਕਈ ਵਕੀਲ ਬਹੁਤ ਜ਼ਿਆਦਾ ਐਸਟੈਬਲਿਸ਼ ਹੋ ਜਾਂਦੇ ਨੇ ਤਾਂ ਫਿਰ ਉਹ ਲੀਗਲ ਏਡ ਨੂੰ ਛੱਡ ਕੇ ਆਪਣੀ ਬਿਲਕੁਲ ਪ੍ਰਾਈਵੇਟ ਪ੍ਰੈਕਟਿਸ ਵਿੱਚ ਆ ਜਾਂਦੇ ਨੇ, ਨਹੀਂ ਲੈਂਦੇ ਲੀਗਲ ਏਡ ਦੀਆਂ ਫਾਈਲਾਂ। ਪਰ ਮੋਸਟਲੀ ਵਕੀਲ ਜਿਹੜੇ ਨੇ ਉਹ ਲੀਗਲ ਏਡ ਦੀਆਂ ਫਾਈਲਸ ਲੈਂਦੇ ਨੇ। ਤੇ ਦੂਸਰੀ ਗੱਲ, ਜਦੋਂ ਵੀ ਲੀਗਲ ਏਡ ਨੇ ਤੁਹਾਨੂੰ ਵਕੀਲ ਦੇਣਾ, ਉਹਨਾਂ ਨੇ ਤੁਹਾਨੂੰ ਹਮੇਸ਼ਾ ਪੁੱਛਣਾ ਕਿ ਤੁਹਾਡੀ ਕੋਈ ਆਪ ਦੀ ਮਰਜ਼ੀ ਹੈਗੀ ਹੈ ਵੀ ਅਸੀਂ ਇਸੇ ਵਕੀਲ ਨੂੰ ਹੀ ਲੈਣਾ। ਤੇ ਜੇ ਉਹ ਵਕੀਲ ਲੀਗਲ ਏਡ ਦੀ ਫਾਈਲ ਲੈਂਦਾ ਤਾਂ ਫਿਰ ਇਨਟੇਕ ਵਰਕਰ ਨੂੰ ਕੋਈ ਪ੍ਰੋਬਲਮ ਨਹੀਂ ਹੁੰਦੀ ਉਹ ਲੀਗਲ ਏਡ ਦੀ ਫਾਈਲ ਉਸ ਵਕੀਲ ਨੂੰ ਦੇਣ ਦੇ ਲਈ। ਪਰ ਸ਼ਾਇਦ ਕੁਝ ਲੋਕਾਂ ਦਾ ਤਜਰਬਾ ਇਦਾਂ ਦਾ ਹੋਇਆ ਕਿ ਉਹਨਾਂ ਨੂੰ ਇਹ ਲੱਗਦਾ ਵੀ ਲੀਗਲ ਏਡ BC ਦੇ ਜਿਹੜੇ ਵਕੀਲ ਆ ਉਹ ਪੜ੍ਹੇ ਲਿਖੇ ਨਹੀਂ ਹੈ। ਕੋਈ ਤਜਰਬੇ ਤਾਂ ਉਹਨਾਂ ਦੇ ਹੋਏ ਹੋਣਗੇ, ਤੁਹਾਡੇ ਤੱਕ ਵੀ ਉਹ ਜ਼ਰੂਰ ਪਹੁੰਚੇ ਹੋਣਗੇ। ਦੇਖੋ, ਤਜਰਬਾ ਨਹੀਂ ਹੁੰਦਾ। ਲੀਗਲ ਏਡ BC ਜਿਹੜੀ ਵੀ ਆਰਗੇਨਾਈਜੇਸ਼ਨ ਕਈ ਵਾਰੀ ਲਿਮਿਟਿਡ ਹੈਲਪ ਦੇ ਸਕਦੀ ਹੈ। ਕਈ ਵਾਰੀ ਕੇਸਿਸ ਜਿਹੜੇ ਨੇ ਉਹਨਾਂ ਦੇ ਵਿੱਚ ਪੇਚੀਦਗੀ ਬਹੁਤ ਜ਼ਿਆਦਾ ਹੋ ਜਾਂਦੀ ਹੈ, ਉਹਨਾਂ ਨੂੰ ਘੰਟੇ ਬਹੁਤ ਲੰਬੇ ਲੱਗਦੇ ਨੇ। ਫਿਰ ਲੀਗਲ ਏਡ ਦੇ BC ਤਾਂ ਉਨੀ ਦੇ ਵਕੀਲ ਉਨੇ ਘੰਟਿਆਂ 'ਚ ਹੀ ਮਦਦ ਕਰ ਸਕਦੇ ਨੇ ਜਿੰਨੇ ਘੰਟੇ ਉਹਨਾਂ ਨੂੰ ਪ੍ਰੋਵਾਈਡ ਕੀਤੇ ਹੁੰਦੇ ਨੇ। ਸੋ ਚੈਲੰਜਸ ਤਾਂ ਹਰ ਚੀਜ਼ ਵਿੱਚ ਨੇ, ਪਰ ਇਹ ਹੈ ਕਿ ਬਿਲਕੁਲ ਤੁਹਾਨੂੰ ਕਾਨੂੰਨੀ ਮਦਦ ਤੁਸੀਂ ਲੱਖਾਂ ਡਾਲਰ ਖਰਚ ਕੇ ਲੈਣੀ ਹੈ ਤੇ ਜਿਹੜੀ ਤੁਹਾਨੂੰ ਕਾਨੂੰਨੀ ਮਦਦ ਚਾਹੀਦੀ ਹੈ ਆਪਣੀ ਜ਼ਿੰਦਗੀ ਨੂੰ ਬਰਕਰਾਰ ਰੱਖਣ ਦੇ ਲਈ, ਉਹ ਤੁਹਾਨੂੰ ਮੁਫਤ ਮਿਲ ਰਹੀ ਹੈ। ਉਹਦਾ ਫਾਇਦਾ ਤਾਂ ਹੈਗਾ ਹੀ ਹੈ। ਸੋ ਵਕੀਲਾਂ ਦੀ ਐਜੂਕੇਸ਼ਨ ਦੇ ਵਿੱਚ ਕੋਈ ਫਰਕ ਨਹੀਂਗਾ, ਉਹਨਾਂ ਦੇ ਕੰਮ ਦੇ ਵਿੱਚ ਕੋਈ ਫਰਕ ਨਹੀਂਗਾ। ਕਈ ਵਾਰੀ ਮਾੜੇ ਤਜਰਬੇ ਸਭ ਥਾਵਾਂ ਤੇ ਹੁੰਦੇ ਨੇ, ਹੋ ਸਕਦੇ ਨੇ, ਪਰ ਜੇ ਹੁੰਦਾ ਤਾਂ ਲੀਗਲ ਏਡ ਦੇ ਕੋਲ ਉਹ ਵੀ ਡਿਪਾਰਟਮੈਂਟ ਹੈਗੀ। ਜੇ ਤੁਹਾਨੂੰ ਲੱਗਦਾ ਕਿ ਤੁਹਾਡਾ ਲੀਗਲ ਏਡ ਦਾ ਵਕੀਲ ਉਹਨੇ ਤੁਹਾਡੀ ਫਾਈਲ ਲਈ ਸੀ ਪਰ ਤੁਹਾਡੇ ਲਈ ਕੰਮ ਨਹੀਂ ਕੀਤਾ, ਤੇ ਤੁਸੀਂ ਉਹਦੀ ਸ਼ਿਕਾਇਤ ਵੀ ਕਰ ਸਕਦੇ ਹੋ। ਤੇ ਫਿਰ ਲੀਗਲ ਏਡ ਉਹ ਬਿਲਕੁਲ ਚੰਗੀ ਤਰ੍ਹਾਂ ਉਸ ਫਾਈਲ ਨੂੰ ਦੇਖਣਗੇ ਐਂਡ ਦੈਨ ਉਸ ਤੋਂ ਬਾਅਦ ਅਗਲਾ ਕਦਮ ਚੁੱਕਣਗੇ। ਦੂਜੀ ਗੱਲ ਹੁੰਦੀ ਹੈ ਕਿ ਟਾਈਮਿੰਗ, ਕਈ ਵਾਰੀ ਕੇਸ ਲਟਕੇ ਰਹਿ ਜਾਂਦੇ ਨੇ ਕੋਰਟਾਂ ਦੇ ਵਿੱਚ। ਯਕੀਨਨ ਲੋਕਾਂ ਨੂੰ ਹਮੇਸ਼ਾ ਇਹੀ ਸਭ ਤੋਂ ਪਹਿਲੀ ਗੱਲ ਜ਼ਿਹਨ ਦੇ ਵਿੱਚ ਹੁੰਦੀ ਹੈ ਵੀ ਕੇਸ ਪਤਾ ਨਹੀਂ ਸਾਡਾ ਕਦੋਂ ਤੱਕ, ਸਾਨੂੰ ਕਚਹਿਰੀਆਂ ਦੇ ਕੋਰਟਾਂ ਦੇ ਚੱਕਰ ਲਾਉਣੇ ਪੈਣਗੇ, ਜਿਹਦੇ ਤੋਂ ਲੋਕ ਸਾਡੇ ਬਹੁਤ ਡਰਦੇ ਵੀ ਹੈਗੇ ਨੇ। ਤੇ ਅਜਿਹੇ ਦੇ ਵਿੱਚ ਕੋਈ ਇਹ ਵੀ ਗਾਈਡਲਾਈਨ ਸੈੱਟ ਹੁੰਦੀ ਆ ਵੀ ਇੰਨੇ ਤੋਂ ਇੰਨੇ ਸਮੇਂ ਦੇ ਵਿੱਚ ਇਸ ਕੇਸ ਦਾ ਨਿਪਟਾਰਾ ਕੀਤਾ ਜਾਣਾ। ਪਿਛਲੇ ਦਿਨਾਂ ਦੇ ਵਿੱਚ ਅਸੀਂ ਦੇਖਿਆ ਜਦੋਂ ਕੋਵਿਡ ਸ਼ੁਰੂ ਹੋਇਆ, ਉਦੋਂ ਤੋਂ ਲੋਕਾਂ ਨੂੰ ਇਹਨਾਂ ਸੇਵਾਵਾਂ ਨੂੰ ਲੈਣ 'ਚ ਹੋਰ ਵੀ ਜ਼ਿਆਦਾ ਦਿੱਕਤ ਹੋ ਰਹੀ ਸੀ, ਕਿਉਂਕਿ ਇਨ ਪਰਸਨ
ਲੋਕ ਮਿਲ ਨਹੀਂ ਪਾ ਰਹੇ ਸੀ ਇੱਕ ਦੂਜੇ ਨੂੰ, ਕੇਸਿਸ ਜਿਹੜੇ ਨੇ ਉਹ ਉਹਨਾਂ ਨੂੰ ਲੱਗਦਾ ਸੀ ਕਿ ਸ਼ਾਇਦ ਹੋਲਡ ਤੇ ਹੀ ਰਹਿਣਗੇ। ਹਾਲਾਂਕਿ ਕੋਰਟ ਕਚਹਿਰੀਆਂ ਦੇ ਵੱਲੋਂ ਇਦਾਂ ਦੇ ਨਿਯਮ ਕੱਢੇ ਗਏ ਤਾਂ ਕਿ ਲੋਕਾਂ ਦੀਆਂ ਜਿਹੜੀਆਂ ਫਾਈਲਾਂ ਉਹ ਨਾ ਰੁਕਣ, ਪਰ ਸਟਕ ਤਾਂ ਕਿਤੇ ਨਾ ਕਿਤੇ ਹੋਏ। ਤੇ ਹੁਣ ਅੱਗੇ ਇਹਦੇ ਵਾਸਤੇ ਕੀ ਪ੍ਰੋਸੈਸ ਤਿਆਰ ਕੀਤਾ ਜਾ ਰਿਹਾ ਵੀ ਲੋਕ ਜਿਹੜੀਆਂ ਨੇ ਇਹ ਸੇਵਾਵਾਂ ਇਨ ਪਰਸਨ ਜਿਹੜੀਆਂ ਨੇ ਉਹ ਸਾਂਝੀਆਂ ਕਰ ਸਕਦੇ ਨੇ? ਦੇਖੋ, ਲੀਗਲ ਏਡ ਦੇ ਦਫ਼ਤਰ ਵੀ ਫੋਨ ਦੇ ਉੱਤੇ ਕੰਮ ਕਰਦੇ ਰਹੇ ਨੇ ਕੋਵਿਡ ਦੇ ਵਿੱਚ, ਬਿਕਾਜ਼ ਆਫਿਸ ਦੇ ਵਿੱਚ ਨਹੀਂ ਸੀ ਵਰਕਰਸ, ਪਰ ਸਾਡੀ ਜਿਹੜੀ ਸੇਵਾਵਾਂ ਨੇ ਬਿਲਕੁਲ ਰੈਗੂਲਰ ਚੱਲਦੀਆਂ ਰਹੀਆਂ ਫੋਨ ਦੇ ਉੱਤੇ। ਹਾਂਜੀ, ਇਸੇ ਤਰ੍ਹਾਂ ਬਹੁਤ ਸਾਰੀਆਂ ਕਮਿਊਨਿਟੀ ਏਜੰਸੀਜ਼ ਦੀਆਂ ਸੇਵਾਵਾਂ ਵੀ ਚੱਲਦੀਆਂ ਰਹੀਆਂ ਤੇ ਕੋਰਟ ਦੀਆਂ ਵੀ ਚੱਲਦੀਆਂ ਰਹੀਆਂ। ਪਿਛਲੇ ਹਫਤੇ ਚੰਦਰ ਨੇ ਵੀ ਦੱਸਿਆ ਸੀ ਵੀ ਜਿਹੜੀ ਕੋਰਟ ਸੀ ਉਹਨਾਂ ਨੇ ਆਨਲਾਈਨ ਪੋਰਟਲ ਲਾਂਚ ਕਰਤਾ ਸੀ ਜਿਹਦੇ ਤੇ ਸਾਰੇ ਕੇਸਾਂ ਦੀ ਸੁਣਵਾਈ ਹੁੰਦੀ ਸੀ। ਸੋ ਇਸੇ ਤਰ੍ਹਾਂ ਹੀ ਹੁਣ ਜਦੋਂ ਦੁਬਾਰਾ ਓਮਿਕਰੋਨ ਦਾ ਚੱਕਰ ਪਿਆ ਤੇ ਫਿਰ ਜਿਹੜੀ ਇੱਕ ਵਾਰੀ ਇਫੈਕਟ ਹੋਇਆ, ਸਾਰੀਆਂ ਸੇਵਾਵਾਂ ਫੋਨ ਦੇ ਉੱਤੇ ਹੋ ਗਈਆਂ ਨੇ। ਪਰ ਇਹਦਾ ਇਹ ਮਤਲਬ ਨਹੀਂ ਕਿ ਤੁਹਾਨੂੰ ਸੇਵਾ ਨਹੀਂ ਮਿਲਣੀ। ਜਦੋਂ ਤੁਸੀਂ ਫੋਨ ਕਰਨਾ ਤਾਂ ਲੀਗਲ ਏਡ BC ਦਾ ਇਨਟੇਕ ਵਰਕਰ ਆਲਵੇਜ਼ ਤੁਹਾਨੂੰ ਮਿਲੇਗਾ। ਸੇਮ ਹੀ ਕੋਰਟ ਜਿਹੜੀਆਂ ਅਦਾਲਤਾਂ ਦੀਆਂ ਸੇਵਾਵਾਂ ਨੇ, ਮੈਂ ਵਕੀਲਾਂ ਤੋਂ ਇਹੀ ਸੁਣਿਆ ਕਿ ਉਹ ਉਸੇ ਤਰੀਕੇ ਨਾਲ ਚੱਲ ਰਹੀਆਂ ਨੇ, ਆਨਲਾਈਨ ਪੋਰਟਲ ਦੇ ਥਰੂ ਚੱਲ ਰਹੀਆਂ ਨੇ। ਸੋ ਉਹਦੇ ਵਿੱਚ ਕੋਈ ਵੀ ਮੈਨੂੰ ਲੱਗਦਾ, ਚਲੋ ਦਿੱਕਤ ਤਾਂ ਹੁਣ ਥੋੜੀ ਬਹੁਤ ਆਉਂਦੀ ਹੈ, ਕਿੱਥੇ ਤੁਸੀਂ ਕਿਸੇ ਦੇ ਸਾਹਮਣੇ ਬੈਠ ਕੇ ਗੱਲ ਕਰਨੀ ਹੈ, ਉਹ ਗੱਲ ਕੀਤੀ ਹੋਰ ਹੁੰਦੀ ਹੈ, ਜਿਹੜੀ ਤੁਸੀਂ ਫੋਨ ਦੇ ਉੱਤੇ ਗੱਲ ਕਰਨੀ ਹੈ, ਆਨਲਾਈਨ ਗੱਲ ਕਰਨੀ ਹੈ, ਉਹ ਗੱਲ ਹੋਰ ਹੁੰਦੀ ਹੈ। ਥੋੜਾ ਬਹੁਤ ਫਰਕ ਤਾਂ ਪਿਆ ਹੋਏਗਾ, ਪਰ ਇੰਨਾ ਜ਼ਿਆਦਾ ਫਰਕ ਹਰ ਇੱਕ ਨੇ ਆਪਣੇ ਵੱਲੋਂ ਹਰ ਚੀਜ਼ ਨੂੰ ਤਵੱਜੋ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਅਸੀਂ ਕਮਿਊਨਿਟੀ ਦੀ ਚੰਗੀ ਤਰ੍ਹਾਂ ਦੇ ਨਾਲ ਮਦਦ ਕਰ ਸਕੀਏ। ਜੀ ਬਲਜਿੰਦਰ ਜੀ, ਕੋਰਟ ਕਚਹਿਰੀਆਂ ਦੇ ਮਾਮਲੇ ਹੋਣ ਜਾਂ ਹੋਰ ਵੀ ਬਹੁਤ ਸਾਰੇ ਲੋਕਾਂ ਦੇ ਕੋਲ ਰਸਤੇ ਹੈ, ਜੇ ਪਰਿਵਾਰਾਂ ਨੇ ਆਪਣੇ ਕੋਈ ਕੇਸ ਦੀ ਰਿਗਾਰਡਿੰਗ ਗੱਲ ਕਰਨੀ ਹੈ, ਪਰਿਵਾਰਕ ਮਸਲੇ ਨੇ, ਫੈਮਿਲੀ ਲਾਅ ਹੈ, ਤਾਂ ਹੋਰ ਵੀ ਉਹਨਾਂ ਕੋਲ ਰਸਤੇ ਹੈ। ਕਿਹੜੀ ਇਹੋ ਜਿਹੀ ਚੀਜ਼ ਹੈ ਜਿਹੜੀ ਲੋਕ ਲੀਗਲ ਏਡ BC ਵੱਲ ਨੂੰ ਜਾਣ ਦਾ ਸੋਚਣ, ਲੋਕਾਂ ਨੂੰ ਬੜਾ ਪੋਜ਼ਿਟਿਵ ਲੱਗੇ ਤੇ ਲੋਕਾਂ ਨੂੰ ਲੱਗੇ ਵੀ ਹਾਂ ਇਹ ਚੀਜ਼ ਲੀਗਲ ਏਡ BC ਦੇ ਥਰੂ ਸਾਡੇ ਕੇਸ ਦਾ ਜਾਣਾ ਸਹੀ ਸਾਬਤ ਹੋ ਸਕਦਾ ਹੈ? ਜਿਵੇਂ ਮੈਂ ਪਹਿਲਾਂ ਵੀ ਦੱਸਿਆ ਵੀ ਜੇ ਤੁਸੀਂ ਕਿਸੇ ਕਾਨੂੰਨੀ ਜ਼ੁਰਮ ਦਾ ਸ਼ਿਕਾਰ ਹੋ ਜਾਂਦੇ ਹੋ ਤੇ ਪੈਸੇ ਹੈ ਨਹੀਂ ਤੁਹਾਡੇ ਕੋਲ, ਤਾਂ ਲੀਗਲ ਏਡ BC ਤੁਹਾਡੇ ਲਈ ਬਹੁਤ ਵਧੀਆ ਸਰਵਿਸ ਹੈ। ਤੁਹਾਨੂੰ ਐਪਲੀਕੇਸ਼ਨ ਕਰਨੀ ਚਾਹੀਦੀ ਹੈ। ਸੋ ਜੇ ਤੁਸੀਂ ਕ੍ਰਿਮੀਨਲ ਲਾਅ ਦੇ ਕਿਸੇ ਕੇਸ ਵਿੱਚ ਫਸ ਜਾਂਦੇ ਹੋ ਜਾਂ ਪਰਿਵਾਰਕ ਕਾਨੂੰਨ ਦੇ, ਤੁਹਾਡੇ ਘਰ ਵਿੱਚ ਘਰੇਲੂ ਝਗੜਾ, ਝਗੜੇ ਦੇ ਵਿੱਚ ਤੁਹਾਨੂੰ ਲੱਗਦਾ ਕਿ ਤੁਸੀਂ ਦੋਨੋਂ ਜਣੇ ਜ਼ਿੰਦਗੀ ਇਕੱਠੀ ਨਹੀਂ ਚਲਾ ਸਕਦੇ ਹੁਣ, ਤੇ ਤੁਸੀਂ ਬੱਚਿਆਂ ਦਾ ਵੀ ਫੈਸਲਾ ਕਰਨਾ, ਤੇ ਰਿਲੇਸ਼ਨਸ਼ਿਪ ਦੇ ਵਿੱਚ ਕੁੱਟਮਾਰ ਵੀ ਹੈ, ਤੇ ਤੁਹਾਡੀ ਐਦਾਂ ਦੀ ਵੀ ਕੁੱਟਮਾਰ ਹੈਗੀ ਹੈ ਕਿ ਤੁਹਾਡੀ ਜਾਨ ਨੂੰ ਖਤਰਾ, ਤਾਂ ਤੁਹਾਨੂੰ ਹਮੇਸ਼ਾ ਲੀਗਲ ਏਡ BC ਨੂੰ ਸੰਪਰਕ ਕਰਨਾ ਚਾਹੀਦਾ ਜੇ ਤੁਹਾਡੇ ਕੋਲ ਪੈਸੇ ਨਹੀਂ। ਫਿਰ ਮੈਂ ਦੁਬਾਰਾ ਇਹ ਗੱਲ ਕਹਿਣੀ ਚਾਹੁੰਦੀ ਹਾਂ ਕਿ ਕਈ ਵਾਰ ਲੋਕ ਆਪਣੀ ਇਨਕਮ ਕਾਊਂਟ ਕਰਕੇ ਦੇਖ ਲੈਂਦੇ ਨੇ, ਉਹ ਮੇਰੀ ਇਨਕਮ ਤਾਂ ਇਸ ਗਾਈਡਲਾਈਨ ਤੋਂ ਥੋੜੀ ਜ਼ਿਆਦਾ ਹੈ ਤੇ ਮੈਨੂੰ ਲੀਗਲ ਏਡ ਕਿੱਥੇ ਮਿਲਣੀ ਹੈ। ਨਹੀਂ, ਤੁਹਾਨੂੰ ਹਮੇਸ਼ਾ ਲੀਗਲ ਏਡ ਅਪਲਾਈ ਕਰਨੀ ਚਾਹੀਦੀ ਹੈ। ਕਈ ਚੀਜ਼ਾਂ ਨੇ, ਜਿਵੇਂ ਹੁਣ ਐਸੈਟਸ ਦੇ ਵਿੱਚ ਵੀ ਕਈ ਚੀਜ਼ਾਂ ਆ ਜਾਂਦੀਆਂ ਨੇ ਕਿ ਇਹ ਹੋ ਸਕਦਾ ਕਿ ਤੁਹਾਡੇ ਕੋਲ ਉਸ ਅਕਾਊਂਟ ਦੀ ਐਕਸੈਸ ਹੀ ਹੈ ਨਹੀਂ ਜਿਹਦੇ 'ਚ ਤੁਹਾਡੇ ਪੈਸੇ ਪਏ ਨੇ, ਇਹ ਇੱਕ ਚੀਜ਼ ਹੋ ਸਕਦੀ ਹੈ। ਇੱਦਾਂ ਦੀਆਂ ਕਈ ਚੀਜ਼ਾਂ ਨੇ ਜਿਹੜੀਆਂ ਐਗਜ਼ੈਂਪਟ ਕਰ ਦਿੱਤੀਆਂ ਜਾਂਦੀਆਂ ਨੇ, ਸੋ ਜ਼ਰੂਰ ਅਪਲਾਈ ਕਰਨਾ ਚਾਹੀਦਾ। ਤੀਸਰਾ ਕਿ ਜੇ ਤੁਹਾਡੇ ਬੱਚੇ ਦੀ ਜਾਨ ਨੂੰ ਖਤਰਾ ਹੈ, ਜੇ ਤੁਹਾਡਾ ਬੱਚਾ ਮਿਨਿਸਟਰੀ ਲੈ ਕੇ ਜਾਣਾ ਚਾਹੁੰਦੀ ਹੈ, ਮਿਨਿਸਟਰੀ ਦੀ ਇਨਵੋਲਵਮੈਂਟ ਹੋ ਰਹੀ ਹੈ, ਤੇ ਇਹ ਨਹੀਂ ਕਿ ਮਿਨਿਸਟਰੀ ਦੀ ਇਨਵੋਲਵਮੈਂਟ ਹੋਣ ਤੋਂ ਬਾਅਦ ਹੀ, ਉਹ ਇਨਵੋਲਵਮੈਂਟ ਹੋਣ ਤੋਂ ਪਹਿਲਾਂ ਵੀ ਤੁਸੀਂ ਲੀਗਲ ਏਡ BC ਨੂੰ ਇਨਫੋਰਮ ਕਰ ਸਕਦੇ ਹੋ ਤੇ ਤੁਹਾਨੂੰ ਮੁਫਤ ਦੇ ਵਿੱਚ ਵਕੀਲ ਮਿਲ ਸਕਦਾ। ਇੱਥੇ ਮੈਂ ਇਹ ਵੀ ਦੱਸਣਾ ਚਾਹੁੰਦੀ ਹਾਂ ਕਿ ਲੀਗਲ ਏਡ BC ਦਾ ਪੇਰੈਂਟਸ ਲੀਗਲ ਸੈਂਟਰ ਸਰੀ ਦੇ ਵਿੱਚ ਹੈ, ਜਿਹੜਾ ਪੂਰਾ ਇਸ ਚੀਜ਼ ਦੇ ਉੱਤੇ ਸੇਵਾਵਾਂ ਦਿੰਦਾ। ਤੇ ਅਗਲੇ ਹਫਤੇ ਅਸੀਂ ਪੇਰੈਂਟਸ ਲੀਗਲ ਸੈਂਟਰ ਤੋਂ ਉਹਨਾਂ ਦੀ ਲੀਗਲ ਐਡਵੋਕੇਟ ਨੂੰ ਲੈ ਕੇ ਆਵਾਂਗੇ, ਉਹ ਪੰਜਾਬੀ ਦੇ ਵਿੱਚ ਗੱਲ ਕਰਨਗੇ। ਤੇ ਮੈਂ ਕੋਸ਼ਿਸ਼ ਕਰ ਰਹੀ ਹਾਂ ਕਿ ਕੋਈ ਉਹਨਾਂ ਦਾ ਵਕੀਲ ਵੀ ਜਿਹੜਾ ਸਾਡਾ ਪੇਰੈਂਟਸ ਲੀਗਲ ਸੈਂਟਰ ਦਾ ਜੇ ਪੰਜਾਬੀ ਬੋਲ ਸਕਦਾ ਹੋਵੇ ਤਾਂ ਉਹ ਵੀ ਜ਼ਰੂਰ ਨਾਲ ਆਉਣ ਤੇ ਆ ਕੇ ਇਸ ਆਪਣੇ ਪੇਰੈਂਟਸ ਲੀਗਲ ਸੈਂਟਰ ਜਿਹੜੀ ਸਰਵਿਸ ਲੀਗਲ ਏਡ BC ਨੇ ਦਿੱਤੀ ਹੈ ਉਹਦੀ ਜਾਣਕਾਰੀ ਦੇਣ। ਜੀ ਬਲਜਿੰਦਰ ਜੀ, ਤੁਸੀਂ ਤਾਂ ਕਮਿਊਨਿਟੀ ਦੇ ਵਿੱਚ ਕਾਫੀ ਤੌਰ ਦੇ ਉੱਤੇ ਕਾਫੀ ਸਾਲਾਂ ਤੋਂ ਵਿਚਰਦੇ ਆ ਰਹੇ ਹੋ, ਸਪੈਸ਼ਲੀ ਜਦੋਂ ਅਸੀਂ ਇੱਥੇ BC ਦੀ ਕਮਿਊਨਿਟੀ ਦੀ ਗੱਲ ਕਰੀਏ ਤਾਂ ਪੰਜਾਬੀ ਕਮਿਊਨਿਟੀ ਦੀ। ਅਜਿਹੇ ਦੇ ਵਿੱਚ ਤੁਹਾਨੂੰ ਕੀ ਲੱਗਦਾ ਹੈ ਕਿਹੜੇ ਕੇਸਿਸ ਜਿਹੜੇ ਨੇ ਸਭ ਤੋਂ ਜ਼ਿਆਦਾ ਲੀਗਲ ਏਡ BC ਦੇ ਕੋਲ ਆਉਂਦੇ ਨੇ, ਕਿਹੜੀ ਕੈਟਾਗਰੀ ਦੇ ਆਉਂਦੇ ਨੇ ਲੋਕ, ਕਿਹੜੀ ਸਮੱਸਿਆ ਨਾਲ ਸਭ ਤੋਂ ਜ਼ਿਆਦਾ ਜੂਝਦੇ ਨੇ? ਤੁਹਾਡਾ ਆਪਣਾ ਰਿਵਿਊ ਉਸ 'ਤੇ ਕੀ ਕਹਿੰਦਾ ਹੈ? ਹਰ ਤਰ੍ਹਾਂ ਦੇ ਕੇਸਿਸ ਆਉਂਦੇ ਨੇ ਲੀਗਲ ਏਡ ਦੇ ਕੋਲ। ਹਾਂ, ਮੈਂ ਇਹ ਨਹੀਂ, ਮੈਂ ਇਹਨਾਂ ਨੂੰ ਵੰਡ ਨਹੀਂ ਸਕਦੀ, ਪਰ ਹਰ ਤਰ੍ਹਾਂ ਦੇ ਆਉਂਦੇ ਨੇ, ਹਰ ਤਰ੍ਹਾਂ ਦੇ ਕੇਸਿਸ ਆਉਂਦੇ ਨੇ। ਬਿਲਕੁਲ। ਸੋ ਜਦੋਂ ਤੁਸੀਂ ਇਹਨਾਂ ਚੀਜ਼ਾਂ ਨੂੰ ਰਿਵਿਊ ਕਰਦੇ ਹੋ, ਤੁਸੀਂ ਨਾਲ ਜੁੜੇ ਵੀ ਹੋਏ ਹੋ ਬਕਾਇਦਾ ਇੱਕ ਮੈਂਬਰ ਦੀ ਤਰ੍ਹਾਂ ਲੀਗਲ ਏਡ BC ਦੇ ਨਾਲ, ਤਾਂ ਅਜਿਹੇ ਦੇ ਵਿੱਚ ਤੁਹਾਡੀ ਆਪਣੀ ਸੋਚ ਕੀ ਚੱਲਦੀ ਹੈ ਵੀ ਇਹ ਗਲਤ ਹੈ ਸਾਡੀ ਕਮਿਊਨਿਟੀ ਦੇ ਵਿੱਚ ਡਿਵੋਰਸ ਕੇਸਿਸ ਹੋਣ ਜਾਂ ਕੋਈ ਵੀ ਕੇਸਿਸ ਉਹ ਇੰਨੇ ਹਾਈ ਲੈਵਲ ਦੇ ਉੱਤੇ ਆ ਰਹੇ ਨੇ, ਸੋ ਜੇ ਉਹਨਾਂ ਨੂੰ ਰੋਕਣ ਦੇ ਵੀ ਹੋਣ, ਜਿਹਨੂੰ ਸਮਝੌਤਾ ਕਹਿ ਲਈਦਾ,
ਉਹ ਵੀ ਲੀਗਲ ਏਡ BC ਦੇ ਵੱਲੋਂ ਪੂਰੀ ਕੋਸ਼ਿਸ਼ ਕਰਾਈ ਜਾਂਦੀ ਹੈ ਵੀ ਕਿਸੇ ਵੀ ਤਰ੍ਹਾਂ ਦੇ ਰਿਲੇਸ਼ਨਸ਼ਿਪ ਦੀ ਜਦੋਂ ਗੱਲ ਆਉਂਦੀ ਹੈ ਜਾਂ ਕੋਈ ਵੀ ਕੈਟਾਗਰੀ ਪਹੁੰਚਦੀ ਹੈ ਤਾਂ ਉਹਦੇ 'ਚ ਸਮਝੌਤਾ ਦਾ ਉਹ ਵੱਧ ਤੋਂ ਵੱਧ ਜਿਹੜਾ ਸਮਝੌਤੇ ਵਾਲੀ ਸਾਈਡ ਤੇ ਜਾਇਆ ਜਾ ਸਕੇ? ਦੇਖੋ ਲੀਗਲ ਏਡ BC ਇੱਕ ਸਰਵਿਸ ਹੈ, ਹਾਂ ਅਸੀਂ ਆਪਣੇ ਮੈਂਡੇਟ 'ਚ ਰਹਿਣਾ, ਹਾਂ ਬਿਲਕੁਲ, ਸੋ ਅਸੀਂ ਮੈਂਡੇਟ ਵਿੱਚ ਰਹਿ ਕੇ ਸਿਰਫ ਸਰਵਿਸ ਦੇਣੀ ਹੈ। ਹਾਂ ਜਿਹੜੀ ਮੇਰੀ ਜੌਬ ਹੈ ਉਹ ਕਮਿਊਨਿਟੀ ਟ੍ਰੇਨਿੰਗ ਦੀ ਹੈ, ਸੋ ਮੈਂ ਟ੍ਰੇਨਿੰਗ ਪ੍ਰੋਵਾਈਡ ਕਰਨੀ ਹੈ। ਸੋ ਟ੍ਰੇਨਿੰਗ ਪ੍ਰੋਵਾਈਡ ਕਰਨ ਦੇ ਵਿੱਚ ਜਿਵੇਂ ਹੁਣ ਕਹਿੰਦੇ ਨੇ ਕਿ ਪਰਿਵਾਰਕ ਕਾਨੂੰਨ ਦੇ ਵਿੱਚ ਤਬਦੀਲੀ ਆਈ ਹੈ, ਤਬਦੀਲੀ ਆਉਣ ਦੇ ਵਿੱਚ ਮੈਨੂੰ ਲੱਗਦਾ ਕਿ ਜਿਵੇਂ ਚੰਦਨ ਨੇ ਪਿਛਲੀ ਵਾਰੀ ਦੱਸਿਆ ਕਿ ਉਹ ਮੀਡੀਏਸ਼ਨ ਨੂੰ ਬੜਾਵਾ ਦੇ ਰਹੇ ਨੇ ਕਿ ਤੁਸੀਂ ਟੇਬਲ ਤੇ ਆ ਕੇ ਆਪਣੇ ਮਸਲੇ ਹੱਲ ਕਰੋ। ਤੁਸੀਂ ਨਹੀਂ ਵੀ ਇਕੱਠੇ ਰਹਿ ਸਕਦੇ ਤਾਂ ਤੁਸੀਂ ਤਰੀਕੇ ਦੇ ਨਾਲ ਕੋਰਟ ਵਿੱਚ ਜਾਣ ਦੀ ਬਜਾਏ ਉਹਨਾਂ ਚੀਜ਼ਾਂ ਨੂੰ ਹੱਲ ਕਰੋ। ਇਹੀ ਲੀਗਲ ਏਡ BC ਕਰ ਸਕਦੀ ਹੈ। ਇਸ ਤੋਂ ਬਿਨਾ ਹੋਰ ਸੇਵਾਵਾਂ ਉਹਨਾਂ ਦੀ ਮਦਦ ਕਰ ਸਕਦੀਆਂ ਨੇ, ਉਹ ਕਾਉਂਸਲਿੰਗ ਲੈ ਸਕਦੇ ਨੇ ਕਿਸੇ ਕੋਲੋਂ, ਕਾਉਂਸਲਿੰਗ ਸਰਵਿਸਿਜ਼ ਹੈਗੀਆਂ ਨੇ, ਹੋਰ ਥਾਵਾਂ ਤੇ ਜਾ ਸਕਦੇ ਨੇ, ਪਰ ਲੀਗਲ ਏਡ BC ਨੇ ਆਪਣੇ ਮੈਂਡੇਟ ਵਿੱਚ ਰਹਿਣਾ ਤੇ ਮੈਂਡੇਟ ਵਿੱਚ ਰਹਿ ਕੇ ਹੀ ਸਰਵਿਸ ਦੇਣੀ ਹੈ ਐਂਡ ਉਹੀ ਅਸੀਂ ਕਰ ਰਹੇ ਹਾਂ ਸਾਰੇ ਜਣੇ। ਜਦੋਂ ਤੁਸੀਂ ਵੀ ਟ੍ਰੇਨਿੰਗ, ਜਿਵੇਂ ਤੁਸੀਂ ਦੱਸਿਆ ਵੀ ਟ੍ਰੇਨਿੰਗ ਦੇਣਾ ਤੁਹਾਡਾ ਕੰਮ ਹੈਗਾ, ਤੁਹਾਨੂੰ ਆਪਣੇ ਟ੍ਰੇਨਿੰਗ ਦੌਰਾਨ ਵੀ ਕਿਹੜੀਆਂ-ਕਿਹੜੀਆਂ ਚੀਜ਼ਾਂ ਸਭ ਤੋਂ ਜ਼ਿਆਦਾ ਤੁਹਾਡੇ ਸਾਹਮਣੇ ਆਉਂਦੀਆਂ ਨੇ ਤੇ ਸਪੈਸ਼ਲੀ ਜਦੋਂ ਤੁਹਾਡੀ ਟ੍ਰੇਨਿੰਗ ਦਾ ਮਸਲਾ ਹੁੰਦਾ ਹੈ? ਕਿਉਂਕਿ ਜਦੋਂ ਇਹ ਦੇਖਦੇ ਆ ਵੀ ਬਲਜਿੰਦਰ ਗਿੱਲ ਜੀ, ਤੁਹਾਡੇ ਹੋਰ ਵੀ ਸਾਰੇ ਸਾਨੂੰ ਪਤਾ ਵੀ ਤੁਸੀਂ ਚਾਹੇ ਕਲਚਰਲ ਪ੍ਰੋਗਰਾਮ ਹੋਣ ਜਾਂ ਕਈ ਚੀਜ਼ਾਂ ਦੇ ਵਿੱਚ ਤੁਸੀਂ ਸਾਨੂੰ ਦਿਖਦੇ ਹੋ ਬਲਜਿੰਦਰ ਗਿੱਲ ਜੀ ਆਉਂਦੇ। ਬਲਜਿੰਦਰ ਗਿੱਲ ਜੀ ਜਦੋਂ ਇਸ ਕੰਮ ਦੇ ਨਾਲ ਜੁੜੇ ਨੇ ਲੀਗਲ ਏਡ BC ਦੇ ਨਾਲ, ਉਦੋਂ ਕੀ ਸੋਚ ਵਿਚਾਰ ਤੁਹਾਡੇ ਮਾਈਂਡ ਦੇ ਵਿੱਚ ਚੱਲ ਰਿਹਾ ਸੀ? ਇੱਕ ਸਿਰਫ ਤੁਹਾਡੇ ਵਾਸਤੇ ਜੌਬ ਹੈ ਜਾਂ ਫਿਰ ਕੁਝ ਹੋਰ ਵੀ? ਦੇਖੋ ਇਹ ਮੇਰਾ ਪੈਸ਼ਨ ਵੀ ਹੈ। ਪੈਸ਼ਨ, ਓਕੇ, ਜੌਬ ਤਾਂ ਹੈ ਹੀ ਹੈ, ਹਾਂ, ਇਹ ਮੇਰਾ ਪੈਸ਼ਨ ਵੀ ਹੈ। ਮੈਨੂੰ ਬਹੁਤ ਤਸੱਲੀ ਹੁੰਦੀ ਹੈ ਜਦੋਂ ਮੇਰੀ ਟ੍ਰੇਨਿੰਗ ਜਿਹੜੀ ਹੈ ਔਰ ਮੈਨੂੰ ਕਮਿਊਨਿਟੀ ਸਰਵਿਸਿਜ਼ ਦੇ ਰਿਵਿਊਜ਼ ਆਉਂਦੇ ਨੇ, ਸਾਡੀਆਂ ਇਵੈਲੂਏਸ਼ਨਸ ਹੁੰਦੀਆਂ ਨੇ, ਉਹਦੇ ਵਿੱਚ ਚੰਗਾ ਲੋਕ ਏਜੰਸੀਜ਼ ਕਹਿੰਦੀਆਂ ਨੇ ਕਿ ਸਾਨੂੰ ਸਿੱਖਣ ਲਈ ਚੰਗੀਆਂ ਚੀਜ਼ਾਂ ਮਿਲੀਆਂ। ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਚੰਗੇ ਤੋਂ ਚੰਗਾ ਵਕੀਲ ਜਿਹੜਾ ਉਹਨਾਂ ਦੇ ਬੋਲਣ ਲਈ, ਉਹਨਾਂ ਦੇ ਨਾਲ ਜਾਣਕਾਰੀ ਸਾਂਝੀ ਕਰਨ ਲਈ ਲਿਆਵਾਂ। ਮੇਰੇ ਨਾਲ ਬਹੁਤ ਸਾਰੇ ਵਕੀਲ ਜੁੜੇ ਹੋਏ ਨੇ ਐਂਡ ਬਹੁਤ ਵਧੀਆ ਤਰੀਕੇ ਦੇ ਨਾਲ ਟ੍ਰੇਨਿੰਗ ਜਿਹੜੀ ਹੈ ਅਸੀਂ ਆਰਗੇਨਾਈਜ਼ ਕਰੀਦੀ ਹੈ ਤਾਂ ਕਿ ਕਮਿਊਨਿਟੀ ਏਜੰਸੀਜ਼, ਕਿਉਂਕਿ ਉਹਨਾਂ ਦਾ ਰੋਜ਼ ਦਾ ਕੰਮ ਹੈ, ਉਹਨਾਂ ਕੋਲ ਰੋਜ਼ ਕਿਸੇ ਨਾ ਕਿਸੇ ਨੇ ਆਉਣਾ ਤੇ ਜਿਹੜੇ ਸਵਾਲ ਉਹਨਾਂ ਕੋਲੋਂ ਪੁੱਛਣੇ ਨੇ ਉਹ ਸਾਡੇ ਨਾਲ ਸਾਂਝੇ ਕਰ ਸਕਦੇ ਨੇ ਤੇ ਉਹ ਵਕੀਲ ਜਿਹੜੇ ਨੇ ਉਹਨਾਂ ਸਵਾਲਾਂ ਦਾ ਜਵਾਬ ਦੇ ਸਕਦੇ ਨੇ। ਫਿਰ ਉਹ ਸਵਾਲ ਜਿਹੜੇ ਨੇ ਉਹ ਆਪਣੇ ਕਲਾਇੰਟਸ ਦੇ ਨਾਲ ਸਾਂਝੇ, ਉਹਨਾਂ ਦੀ ਬਿਹਤਰ ਤਰੀਕੇ ਨਾਲ ਮਦਦ ਕਰ ਸਕਦੇ ਨੇ। ਸੋ ਜਦੋਂ ਕੋਈ ਸਾਡੀ ਟ੍ਰੇਨਿੰਗ ਦੇ ਵਿੱਚੋਂ ਲੀਗਲ ਏਡ BC ਦੀ ਟ੍ਰੇਨਿੰਗ ਦੇ ਵਿੱਚੋਂ ਕੋਈ ਸਿੱਖ ਕੇ ਜਾਂਦਾ ਤੇ ਮੈਨੂੰ ਲੱਗਦਾ ਕਿ ਉਹਦੇ ਤੋਂ ਵੱਧ ਕੇ ਖੁਸ਼ੀ ਸਾਨੂੰ ਕੋਈ ਨਹੀਂ ਹੁੰਦੀ। ਜਦੋਂ ਇਵੈਲੂਏਸ਼ਨ ਆਉਂਦੀ ਹੈ ਵੀ ਇਹ ਟ੍ਰੇਨਿੰਗ ਸਾਡੇ ਲਈ ਬਹੁਤ ਵੈਲਿਊਏਬਲ ਸੀ, ਇੱਦਾਂ ਦੀਆਂ ਹੋਰ ਟ੍ਰੇਨਿੰਗਸ ਕਰੋ। ਐਂਡ ਤੁਸੀਂ ਬਿਲੀਵ ਨਹੀਂ ਕਰਨਾ ਕਿ ਅਸੀਂ ਕਾਨਫਰੰਸਿਸ, ਵਰਕਸ਼ਾਪਸ ਇਨ ਪਰਸਨ ਕਰਦੇ ਸੀ ਵੀ ਜਿਵੇਂ ਸਾਡੀ ਕਾਨਫਰੰਸ ਸਰੀ ਦੇ ਵਿੱਚ ਹੋਈ, ਸੋ ਸਾਰੀਆਂ ਏਜੰਸੀਜ਼ ਚੱਲ ਕੇ ਆਉਂਦੀਆਂ ਸੀ। ਸੋ ਜਦੋਂ ਕੋਵਿਡ ਅਨਾਉਂਸ ਹੋ ਗਿਆ ਤੇ ਸਾਨੂੰ ਕੰਪਲੀਟਲੀ ਚੇਂਜ ਕਰਕੇ ਅਸੀਂ ਆਨਲਾਈਨ ਟ੍ਰੇਨਿੰਗ ਸ਼ੁਰੂ ਕਰਤੀ ਤੇ ਉਦੋਂ ਤੁਸੀਂ ਚੈਨਲ ਪੰਜਾਬੀ ਨੇ ਵੀ ਸਾਡੀ ਬਹੁਤ ਮਦਦ ਕੀਤੀ। ਅਸੀਂ ਬੜੇ ਵਕੀਲਾਂ ਨੂੰ ਇੱਥੇ ਲਿਆਂਦਾ ਜਾਣਕਾਰੀ ਦੇਣ ਦੇ ਲਈ ਤਾਂ ਕਿ ਲੋਕਾਂ ਦਾ ਕੋਈ ਵੀ ਸਵਾਲ ਹੋਵੇ ਜਾਂ ਲੋਕਾਂ ਨੇ ਕੋਈ ਸਰਵਿਸ ਐਕਸੈਸ ਕਰਨੀ ਹੋਵੇ ਉਹਨਾਂ ਨੂੰ ਮੁਸ਼ਕਿਲ ਨਾ ਆਵੇ। ਹਾਂਜੀ ਬਿਲਕੁਲ, ਬਹੁਤ ਜ਼ਿਆਦਾ ਚੈਨਲ ਪੰਜਾਬੀ ਦੇ ਅਸੀਂ ਧੰਨਵਾਦੀ ਹਾਂ ਕਿ ਉਦੋਂ ਤੁਸੀਂ ਬਹੁਤ ਸਾਡੇ ਲਈ ਮਦਦ ਕੀਤੀ ਤੇ ਅਸੀਂ ਇਕੱਠੇ ਹੋ ਕੇ ਬਹੁਤ ਕੰਮ ਕੀਤਾ। ਸੋ ਇਹ ਇੱਕ ਚੀਜ਼ ਆ। ਫਿਰ ਹੁਣ ਅਸੀਂ ਉਦੋਂ ਤੋਂ ਆਨਲਾਈਨ ਟ੍ਰੇਨਿੰਗ ਕਰਦੇ ਹਾਂ ਤੇ ਸਾਡੀ ਟ੍ਰੇਨਿੰਗਸ ਚੱਲਦੀਆਂ ਰਹਿੰਦੀਆਂ ਨੇ, ਸੀਰੀਜ਼ ਟ੍ਰੇਨਿੰਗਸ ਦੀਆਂ ਚੱਲਦੀਆਂ ਰਹਿੰਦੀਆਂ ਨੇ। ਸੋ ਆਉਣ ਵਾਲੇ ਮਹੀਨੇ ਦੇ ਵਿੱਚ ਅਸੀਂ ਪਰਿਵਾਰਕ ਕਾਨੂੰਨ ਤੇ ਸੈਸ਼ਨ ਕਰ ਰਹੇ ਹਾਂ, ਡਿਜ਼ਾਸਟਰ ਰਿਲੀਫ ਦੇ ਉੱਤੇ ਸੈਸ਼ਨ ਕਰ ਰਹੇ ਹਾਂ, ਚਾਈਲਡ ਪ੍ਰੋਟੈਕਸ਼ਨ ਤੇ ਕਰ ਰਹੇ ਹਾਂ, ਹੋਰ ਬੜੇ ਮੁੱਦਿਆਂ ਦੇ ਉੱਤੇ ਕਰ ਰਹੇ ਹਾਂ। ਸੋ ਇਹ ਚੱਲਦੀਆਂ ਰਹਿੰਦੀਆਂ ਨੇ ਤੇ ਮੇਰੇ ਲਈ ਮੈਨੂੰ ਹੁੰਦਾ ਕਿ ਮੈਨੂੰ ਜਦੋਂ ਮੈਂ ਟ੍ਰੇਨਿੰਗ ਦੇ ਕੇ ਕਾਫੀ ਕੰਮ ਹੁੰਦਾ ਇਹਦੇ ਪਿੱਛੇ, ਏਜੰਡਾ ਬਣਾਉਣਾ, ਕਮਿਊਨਿਟੀ ਸਰਵਿਸਿਜ਼ ਨੂੰ ਕਨੈਕਟ ਕਰਨਾ, ਪੂਰੀ ਟੀਮ ਕੰਮ ਕਰ ਰਹੀ ਹੁੰਦੀ ਹੈ। ਤੇ ਜਦੋਂ ਅਸੀਂ ਟ੍ਰੇਨਿੰਗ ਫਿਨਿਸ਼ ਕਰ ਲਈਦੀ ਹੈ ਤੇ ਜਦੋਂ ਫਿਰ ਲੋਕਾਂ ਦੇ ਕਮੈਂਟਸ ਆਉਂਦੇ ਨੇ ਜਾਂ ਸਾਡੀਆਂ ਇਵੈਲੂਏਸ਼ਨਸ ਆਉਂਦੀਆਂ ਨੇ ਤੇ ਮੈਨੂੰ ਬਹੁਤ ਚੰਗਾ ਲੱਗਦਾ ਕਿ ਉਹਨਾਂ ਨੂੰ ਉਸ ਟ੍ਰੇਨਿੰਗ ਤੋਂ ਕੋਈ ਫਾਇਦਾ ਹੋਇਆ। ਐਂਡ ਕਈ ਵਾਰੀ ਨਹੀਂ ਵੀ ਚੰਗਾ ਲੱਗਦਾ, ਕਈ ਵਾਰੀ ਉਹਨਾਂ ਨੂੰ ਨਹੀਂ ਵੀ ਸਾਡੀ ਟ੍ਰੇਨਿੰਗ ਚੰਗੀ ਲੱਗਦੀ, ਮੈਨੂੰ ਇਹ ਵੀ ਚੰਗਾ ਲੱਗਦਾ ਕਿ ਮੈਨੂੰ ਲੱਗਦਾ ਹੁੰਦਾ ਕਿ ਮੈਂ ਕਹਿੰਦੀ ਕਿ ਕੋਈ ਵੀ ਕ੍ਰਿਟਿਸਿਜ਼ਮ ਆ ਉਹ ਤੁਹਾਨੂੰ ਕੰਮ ਕਰਨ ਦੇ ਲਈ, ਹੋਰ ਚੰਗਾ ਕੰਮ ਕਰਨ ਦੇ ਲਈ ਮਜ਼ਬੂਤ ਬਣਾਉਂਦਾ। ਉਹ ਵੀ ਮੈਨੂੰ ਬਹੁਤ ਚੰਗਾ ਲੱਗਦਾ ਕਿ ਲੋਕ ਕਹਿੰਦੇ ਨੇ ਕਿ ਨਹੀਂ ਇਹ ਟ੍ਰੇਨਿੰਗ ਇੱਦਾਂ ਨਹੀਂ, ਇੱਦਾਂ ਹੋਣੀ ਚਾਹੀਦੀ ਸੀ। ਸੋ ਫਿਰ ਨੈਕਸਟ ਟਾਈਮ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਉਸ ਤਰੀਕੇ ਦੇ ਨਾਲ ਉਹਨੂੰ ਕਰ ਸਕੀਏ। ਬਲਜਿੰਦਰ ਜੀ, ਆਖਿਰ ਦੇ ਵਿੱਚ ਕੀ ਕਹਿਣਾ ਚਾਹੋਗੇ ਲੋਕਾਂ ਨੂੰ, ਕੀ ਸਲਾਹ ਦੇਣਾ ਚਾਹੋਗੇ, ਔਰ ਸਪੈਸ਼ਲੀ ਜਦੋਂ ਲੀਗਲ ਏਡ ਦੀਆਂ ਸੇਵਾਵਾਂ ਲੈਣਾ ਚਾਹੁੰਦੇ ਨੇ ਤਾਂ ਕਿੱਥੇ ਤੇ ਕਿਵੇਂ ਸੰਪਰਕ ਕਰ ਸਕਦੇ ਨੇ? ਮੈਂ ਇਹੀ ਕਹਿਣਾ ਚਾਹੁੰਦੀ ਹਾਂ ਜੀ, ਜੇ ਤੁਹਾਨੂੰ ਮਦਦ ਦੀ ਲੋੜ ਹੈ, ਤੁਹਾਨੂੰ ਵਕੀਲ ਚਾਹੀਦਾ, ਤੁਸੀਂ ਕਿਸੇ ਕਾਨੂੰਨੀ ਘੇਰੇ ਦੇ ਵਿੱਚ ਫਸ ਗਏ ਹੋ ਤਾਂ ਗ੍ਰੇਟਰ ਵੈਨਕੂਵਰ ਦੇ ਵਿੱਚ ਫੋਨ ਕਰੋ 604 408 2172 604 408 2172।
ਟੋਲ ਫ੍ਰੀ ਨੰਬਰ ਵੀ ਸਕਰੀਨ ਦੇ ਉੱਤੇ ਆ ਰਿਹਾ, ਉਹਦੇ ਉੱਤੇ ਵੀ ਤੁਸੀਂ ਸੰਪਰਕ ਕਰ ਸਕਦੇ ਹੋ। ਲੀਗਲ ਏਡ ਦੀ ਵੈਬਸਾਈਟ www.legalaid.bc.ca, ਅਗੇਨ ਮਾਈ ਲਾਅ BC ਦੀ ਵੈਬਸਾਈਟ ਦੇ ਉੱਤੇ ਜਾ ਕੇ ਤੁਸੀਂ ਗਾਈਡਡ ਪੈਥਵੇ ਦੇ ਥਰੂ ਬਹੁਤ ਸਾਰੀਆਂ ਸੇਵਾਵਾਂ ਲੈ ਸਕਦੇ ਹੋ। ਜੇ ਤੁਸੀਂ ਆਪਣੀ ਵਿਲਸ ਐਂਡ ਅਸਟੇਟਸ ਵਿਲ ਨਹੀਂ ਆਪਣੀ ਬਣਾਈ, ਉਹ ਵੀ ਤੁਸੀਂ ਮਾਈ ਲਾਅ BC ਦੇ ਉੱਤੇ ਜਾ ਕੇ ਬਣਾ ਸਕਦੇ ਹੋ। ਤੁਹਾਨੂੰ ਹਰ ਸਟੈਪ ਦੇ ਉੱਤੇ ਗਾਈਡੈਂਸ ਉਹਦੇ ਉੱਪਰ ਮਿਲੇਗੀ। ਫੈਮਿਲੀ ਲਾਅ ਵੈਬਸਾਈਟ, ਜੇ ਤੁਹਾਨੂੰ ਪਰਿਵਾਰਕ ਕਾਨੂੰਨ ਦੀ ਜਾਣਕਾਰੀ ਚਾਹੀਦੀ ਹੈ ਤਾਂ ਲੀਗਲ ਏਡ BC ਦੀ ਫੈਮਿਲੀ ਲਾਅ ਵੈਬਸਾਈਟ ਤੇ ਪ੍ਰੋਵਿੰਸ਼ੀਅਲ ਕੋਰਟ ਫਾਰਮ ਵੀ ਹੈਗੇ ਨੇ। ਸਭ ਤਰ੍ਹਾਂ ਦੀ ਜਾਣਕਾਰੀ ਇਸ ਵੈਬਸਾਈਟ ਦੇ ਉੱਤੇ ਹੈਗੀ ਹੈ www.familylaw.bc.ca ਤੇ ਜਾ ਕੇ ਵੀ ਤੁਸੀਂ ਜਾਣਕਾਰੀ ਲੈ ਸਕਦੇ ਹੋ। ਸੋ ਇਹਦੇ ਤੋਂ ਬਿਨਾਂ ਜਿਹੜੀਆਂ ਸੇਵਾਵਾਂ ਦੀ ਮੈਂ ਗੱਲ ਕੀਤੀ, ਲੀਗਲ ਇਨਫੋਰਮੇਸ਼ਨ ਆਊਟਰੀਚ ਵਰਕਰਸ ਦੇ ਨਾਲ ਸੰਪਰਕ ਕਰ ਸਕਦੇ ਹੋ ਤੇ ਤੁਸੀਂ ਫੈਮਿਲੀ ਡਿਊਟੀ ਕੌਂਸਲ, ਫੈਮਿਲੀ ਲਾਅ ਲਾਈਨ, ਇਹੋ ਜਿਹੀਆਂ ਸਾਰੀਆਂ ਸੇਵਾਵਾਂ ਤੁਸੀਂ ਲੈ ਸਕਦੇ ਹੋ। ਜੀ, ਥੈਂਕ ਯੂ ਸੋ ਮਚ ਬਲਜਿੰਦਰ ਜੀ, ਤੁਸੀਂ ਸਟੂਡੀਓ ਦੇ ਵਿੱਚ ਆਏ ਔਰ ਸਪੈਸ਼ਲੀ ਪਰਿਵਾਰਾਂ ਦਾ ਮਸਲਾ ਮੈਂ ਫਿਰ ਤੋਂ ਦੁਹਰਾ ਰਹੀ ਹਾਂ, ਬਹੁਤ ਹੀ ਸੈਂਸਿਟਿਵ ਵੀ ਹੁੰਦਾ ਤੇ ਬਹੁਤ ਇੰਪੋਰਟੈਂਟ ਇਸ਼ੂ ਹੈਗਾ, ਜਿਹਦੇ ਉੱਤੇ ਵਕੀਲ ਤੁਸੀਂ ਪ੍ਰੋਵਾਈਡ ਕਰਵਾਉਂਦੇ ਹੋ, ਬਕਾਇਦਾ ਤੁਸੀਂ ਖੁਦ ਆਏ ਹੋ ਲੀਗਲ ਏਡ ਦੀਆਂ ਜਿਹੜੀਆਂ ਸੇਵਾਵਾਂ ਉਹਨਾਂ ਸੰਬੰਧੀ ਜਾਣਕਾਰੀ ਦੇਣ ਦੇ ਲਈ ਬਹੁਤ ਬਹੁਤ ਸ਼ੁਕਰੀਆ। ਔਰ ਆਈ ਥਿੰਕ ਇਹੋ ਜਿਹੀ ਸੇਵਾ ਹੈਗੀ ਹੈ ਜਿਹੜੀ ਤੁਸੀਂ ਵੀ ਆਪਣੇ ਤੌਰ ਦੇ ਉੱਤੇ ਨਿਭਾ ਰਹੇ ਹੋ, ਕਰ ਰਹੇ ਹੋ, ਜਿਹਦੀ ਕਮਿਊਨਿਟੀ ਦੇ ਵਿੱਚ ਖਾਸ ਤੌਰ ਦੇ ਉੱਤੇ ਲੋੜ ਹੈ। ਲੋਕਾਂ ਨੂੰ ਲਾਅ ਸੰਬੰਧੀ ਨਹੀਂ ਸਮਝ, ਲੋਕਾਂ ਨੂੰ ਲੈਂਗੁਏਜ ਕਰਕੇ ਇਸ਼ੂ ਆਉਂਦੇ ਨੇ। ਇੱਥੇ ਰਹਿੰਦੇ ਹੋਏ BC ਦੇ ਵਿੱਚ ਬਹੁਤ ਤਰ੍ਹਾਂ ਦੀਆਂ ਸਮੱਸਿਆਵਾਂ ਨੇ ਜਿਨ੍ਹਾਂ ਦੀ ਇਹ ਗਾਈਡਲਾਈਨਸ ਬਹੁਤ ਵੱਡੇ ਜਿਹੜਾ ਲੈਵਲ ਦੇ ਉੱਤੇ ਮਦਦ ਕਰ ਸਕਦੀਆਂ ਨੇ ਸਾਰੇ ਪਰਿਵਾਰਾਂ ਦੀ। ਥੈਂਕ ਯੂ ਸੋ ਮਚ। ਥੈਂਕ ਯੂ ਸ਼ੈਰੀ ਜੀ, ਤੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਮੇਰੇ ਵੱਲੋਂ ਫਿਰ ਸਤਿ ਸ੍ਰੀ ਅਕਾਲ। ਤੇ ਮੈਂ ਆਸ ਕਰਦੀ ਹਾਂ ਕਿ ਜਾਣਕਾਰੀ ਸਾਰਿਆਂ ਦੇ ਲਈ ਕਿਤੇ ਨਾ ਕਿਤੇ ਫਾਇਦੇਮੰਦ ਜ਼ਰੂਰ ਹੋਏਗੀ। ਬਿਲਕੁਲ, ਥੈਂਕ ਯੂ ਜੀ। ਬਲਜਿੰਦਰ ਜੀ ਜੁੜੇ ਹੋਏ ਸੀਗੇ। ਯਕੀਨਨ ਜਦੋਂ ਵੀ ਇੱਦਾਂ ਦੀ ਗੱਲ ਆਉਂਦੀ ਹੈ ਤਾਂ ਉਹ ਹਮੇਸ਼ਾ ਸਟੂਡੀਓ ਦੇ ਵਿੱਚ ਆਉਂਦੇ ਨੇ, ਸਾਡੇ ਨਾਲ ਗੱਲਬਾਤ ਕਰਦੇ ਨੇ, ਰਾਬਤਾ ਬਣਾਈ ਰੱਖਦੇ ਨੇ। ਪਰਿਵਾਰਾਂ ਦਾ ਇਸ਼ੂ ਬਹੁਤ ਹੀ ਇੰਪੋਰਟੈਂਟ ਇਸ਼ੂ ਹੁੰਦਾ ਹੈ। ਸੋ ਮੈਂ ਫਿਰ ਤੋਂ ਕਹਾਂਗੀ ਕਿ ਪਰਿਵਾਰ ਜਿਹੜੇ ਹੁੰਦੇ ਨੇ ਉਹ ਵੈਸੇ ਬਿਖਰਨੇ ਨਹੀਂ ਚਾਹੀਦੇ, ਟੁੱਟਣੇ ਨਹੀਂ ਚਾਹੀਦੇ, ਹਮੇਸ਼ਾ ਜੁੜੇ ਰਹਿਣੇ ਚਾਹੀਦੇ ਨੇ। ਪਰ ਜੇ ਕੋਈ ਪ੍ਰੋਬਲਮ ਆ ਵੀ ਜਾਂਦੀ ਹੈ ਤਾਂ ਕਈ ਵਾਰੀ ਲੈਕ ਆਫ ਨੌਲੇਜ, ਸਮਝ ਦੀ ਘਾਟ ਹੋਣਾ ਸਾਨੂੰ ਜ਼ਿਆਦਾ ਫਸਾ ਸਕਦੀ ਹੈ, ਜਿਹਦੇ ਲਈ ਲੀਗਲ ਏਡ BC ਦੀਆਂ ਜਿਹੜੀਆਂ ਸੇਵਾਵਾਂ ਨੇ ਉਹ ਤੁਸੀਂ ਲੈ ਸਕਦੇ ਹੋ। ਕਿਸੇ ਸੰਬੰਧੀ ਤੁਹਾਨੂੰ ਕੋਈ ਦਿੱਕਤ ਆਉਂਦੀ ਹੈ, ਕਿਸੇ ਵੀ ਲਾਅ ਸੰਬੰਧੀ ਤੁਹਾਨੂੰ ਜਾਣਕਾਰੀ ਅਧੂਰੀ ਹੈ ਤਾਂ ਤੁਸੀਂ ਐਟਲੀਸਟ ਉਹ ਜਾਣਕਾਰੀ ਲੈਣ ਦੇ ਲਈ ਲੀਗਲ ਏਡ BC ਦੇ ਨਾਲ ਸੰਪਰਕ ਕਾਇਮ ਕਰ ਸਕਦੇ ਹੋ। ਫੋਨ ਨੰਬਰ ਬਕਾਇਦਾ ਉੱਪਰ ਆ ਰਹੇ ਨੇ, ਤੁਹਾਡੇ ਕੋਈ ਈਮੇਲ ID ਵੀ ਹੈ ਤੇ ਇਸ ਤੋਂ ਇਲਾਵਾ ਤੁਸੀਂ ਬਲਜਿੰਦਰ ਕੌਰ ਗਿੱਲ ਜੀ ਨਾਲ ਵੀ ਇਸ ਸੰਬੰਧੀ ਜਿਹੜਾ ਸੰਪਰਕ ਕਰ ਸਕਦੇ ਹੋ ਉਹਨਾਂ ਨਾਲ ਵੀ, ਤਾਂ ਕਿ ਜੇ ਐਜ਼ ਅ ਟ੍ਰੇਨਰ ਉਹ ਤੁਹਾਨੂੰ ਕੋਈ ਚੀਜ਼ ਬਾਰੇ ਸਮਝ ਦੇ ਸਕਦੇ ਨੇ ਤੇ ਫਿਰ ਤੁਸੀਂ ਲੀਗਲ ਏਡ BC ਦੇ ਤੱਕ ਜਾਣਾ ਚਾਹੁੰਦੇ ਹੋ ਤਾਂ ਇਹ ਸਾਰੀਆਂ ਸੇਵਾਵਾਂ ਵੀ ਤੁਹਾਡੇ ਲਈ ਅਵੇਲੇਬਲ ਹੈਗੀਆਂ ਨੇ। ਸੋ ਇੰਤਜ਼ਾਰ ਜਿਹੜਾ ਉਹ ਆਈ ਥਿੰਕ ਹਮੇਸ਼ਾ ਸਾਰਿਆਂ ਨੂੰ ਸਭ ਤੋਂ ਵੱਡਾ ਹੁੰਦਾ ਕਿ ਲੈਂਗੁਏਜ ਦਾ, ਭਾਸ਼ਾ ਦਾ, ਕਿ ਸਾਡੀ ਭਾਸ਼ਾ ਦੇ ਵਿੱਚ ਹੀ ਸਾਡੇ ਨਾਲ ਕੋਈ ਵਕੀਲ ਗੱਲ ਕਰ ਸਕੇ, ਉਹ ਵੀ ਜਿਹੜੀ ਹੈ ਬਹੁਤ ਇੰਪੋਰਟੈਂਟ ਚੀਜ਼ ਹੈਗੀ ਹੈ। ਸੋ ਵਕੀਲ ਵੀ ਅਵੇਲੇਬਲ ਨੇ ਜਿਹੜੇ ਤੁਹਾਡੀ ਭਾਸ਼ਾ ਦੇ ਵਿੱਚ ਹੀ ਤੁਹਾਨੂੰ ਸਾਰੇ ਲਾਅ ਸਮਝਾ ਸਕਦੇ ਨੇ। ਇਜਾਜ਼ਤ ਦਿਓ ਜੀ, ਫਿਰ ਤੋਂ ਮਿਲਾਂਗੇ ਦ ਮਾਰਨਿੰਗ ਸ਼ੋਅ ਦੇ ਵਿੱਚ। ਸਤਿ ਸ਼੍ਰੀ ਅਕਾਲ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।